डीमोनेटाइजेशन की गल जरूर करना चाहूंगा। डीमोनेटाइजेशन नोटबंदी जो कि प्रधानमंत्री नरेंद्र मोदी ने 8 नवंबर ਨੂੰ ਕੀਤੀ ਸੀ। ਉਮੀਦਾਂ ਗਵਰਨਮੈਂਟ ਦੀਆਂ ਜਾਂ ਤੁਸੀਂ ਕਹਿ ਸਕਦੇ ਹੋ ਜੋ ਗਵਰਨਮੈਂਟ ਚਾਹੁੰਦੀ ਸੀ ਬਲੈਕ ਮਨੀ ਤੇ ਕੰਟਰੋਲ ਕਰਨਾ। ਕਾਫੀ ਡਿਬੇਟਾਂ ਅਸੀਂ ਇਹਦੇ ਉੱਤੇ ਕਰ ਚੁੱਕੇ ਹਾਂ। ਅੱਜ ਥੋੜੀ ਜਿਹੀ ਮੈਂ ਅੱਡ ਗੱਲਬਾਤ ਕਰਨਾ ਚਾਹੂੰਗਾ। ਅਸੀਂ ਵੀ ਜੋ ਸਰਵੇ ਕਰ ਰਹੇ ਹਾਂ, ਅਸੀਂ ਵੀ ਤੁਹਾਡੇ ਨਾਲ ਕਾਫੀ ਵਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਕਿ ਡਿਮੋਨੋਟਾਈਜੇਸ਼ਨ ਦੇ ਬਾਅਦ, ਨੋਟਬੰਦੀ ਦੇ ਬਾਅਦ ਕਿੰਨੇ ਲੋਕ ਪੰਜਾਬ ਦੇ ਜਾਂ ਫਿਰ ਦਿੱਲੀ ਦੇ ਜਾਂ ਫਰੀਦਾਬਾਦ ਦੇ ਮੋਦੀ ਸਾਹਿਬ ਦੇ ਹੱਕ ਚ ਨੇ। ਤੇ ਹਮੇਸ਼ਾ ਤੁਸੀਂ ਵੇਖਿਆ ਨੰਬਰ ਕਾਫੀ ਜ਼ਿਆਦਾ ਹੁੰਦਾ ਹੈ, ਈਵਨ ਦੋ ਕਿ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ, ਪਰ ਕਿਤੇ ਨਾ ਕਿਤੇ ਲੋਕ ਮੋਦੀ ਸਾਹਿਬ ਦੇ ਹੱਕ ਵਿੱਚ ਸੀ। ਪਰ ਹੁਣ ਥੋੜਾ ਜਿਹਾ ਲੱਗਦਾ ਕਿ ਸਿਚੁਏਸ਼ਨ ਖਰਾਬ ਹੋ ਰਹੀ ਆ। ਅਜੇ ਵੀ ਸਰਕਾਰ ਕੋਲੋਂ ਨੋਟਬੰਦੀ ਜਾਂ ਨੋਟ ਸਪਲਾਈ ਕਰਨ ਤੇ ਕੰਟਰੋਲ ਨਹੀਂ ਹੋ ਰਿਹਾ ਵਾ। ਲੋਕਾਂ ਨੂੰ ਅਜੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਪ੍ਰੋਟੈਸਟ ਰੋਜ਼ ਦੇ ਰੋਜ਼ ਕਿਤੇ ਨਾ ਕਿਤੇ ਸਾਨੂੰ ਵੇਖਣ ਨੂੰ ਮਿਲੀ ਜਾਂਦੀਆਂ। ਐਮਟੀ ਏਟੀਐਮ ਦੀਆਂ ਫੋਟੋਆਂ ਜਾਂ ਫਿਰ ਪੈਸੇ ਕਢਾਉਣ ਵਾਸਤੇ ਲੜਾਈ ਵੀ ਆਮ ਜੀ ਹੋ ਗਈ ਆ। ਲੱਗਦਾ ਹੈ ਕਿ ਜਿਹੜੀ ਚੀਜ਼ ਮੋਦੀ ਸਾਹਿਬ ਦੇ ਜਾਂ ਬੀਜੇਪੀ ਦੇ ਹੱਕ ਵਿੱਚ ਅਜੇ ਤੱਕ ਸੀ, ਕਿਤੇ ਨਾ ਕਿਤੇ ਜੇ ਸਿਚੁਏਸ਼ਨ ਕੰਟਰੋਲ ਨਹੀਂ ਹੁੰਦੀ ਆ, ਬੀਜੇਪੀ ਦੇ ਅਤੇ ਮੋਦੀ ਸਾਹਿਬ ਦੇ ਅਗੇਂਸਟ ਵੀ ਜਾ ਸਕਦੀ ਆ। ਡੀਮੋਨੋਟਾਈਜੇਸ਼ਨ ਨੂੰ, ਨੋਟਬੰਦੀ ਨੂੰ ਅਪੋਜੀਸ਼ਨ ਪਾਰਟੀਆਂ ਦੁਆਰਾ ਕਿਤੇ ਨਾ ਕਿਤੇ ਆਉਣ ਵਾਲੀ ਯੂਪੀ ਅਤੇ ਪੰਜਾਬ ਦੀ ਇਲੈਕਸ਼ਨ ਨਾਲ ਮਿਲਾ ਕੇ ਪੰਜਾਬ ਦੀ ਇਲੈਕਸ਼ਨ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਸੀ। ਪੰਜਾਬ ਅਤੇ ਯੂਪੀ ਦੀ ਇਲੈਕਸ਼ਨ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਸੀ। ਮੈਂ ਯੂਪੀ ਦੀ ਇਲੈਕਸ਼ਨ ਨਹੀਂ, ਪੰਜਾਬ ਦੀ ਇਲੈਕਸ਼ਨ ਥੋੜਾ ਜਿਹਾ ਅੱਜ ਡਿਸਕਸ ਕਰਨਾ ਚਾਹਾਂਗੇ। ਨੋਟਬੰਦੀ ਅਤੇ ਪੰਜਾਬ ਦੀ ਇਲੈਕਸ਼ਨ, ਜੇ ਅਸੀਂ ਦੋਵੇਂ ਹੀ ਅਪੋਜੀਸ਼ਨ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਗੱਲ ਕਰੀਏ, ਨੋਟਬੰਦੀ ਦਾ ਵਿਰੋਧ ਕਰ ਰਹੀਆਂ ਨੇ। ਕਾਂਗਰਸ ਜੋ ਨੋਟਬੰਦੀ ਨੂੰ ਇੰਪਲੀਮੈਂਟ ਜਾਂ ਨੋਟਬੰਦੀ ਨੂੰ ਜਿਸ ਤਰ੍ਹਾਂ ਕਾਰਜਰਤ ਕੀਤਾ ਗਿਆ ਵਾ, ਜਿਸ ਤਰ੍ਹਾਂ ਨੋਟ ਬੰਦ ਕਰਕੇ ਨਵੇਂ ਨੋਟ ਚਲਾਏ ਗਏ ਆ, ਉਸ ਪ੍ਰੋਸੀਜਰ ਦਾ ਵਿਰੋਧ ਕਰ ਰਹੀ ਹੈ। ਆਮ ਆਦਮੀ ਪਾਰਟੀ ਤੇ ਪੂਰੇ ਨੋਟਬੰਦੀ ਦਾ ਹੀ ਵਿਰੋਧ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਬਾਰ-ਬਾਰ ਇਹਨੂੰ 8000 ਕਰੋੜ ਦਾ ਘੁਟਾਲਾ ਦੱਸ ਰਹੇ ਨੇ। ਸਵਾਲ ਮੈਂ ਇੱਥੋਂ ਸ਼ੁਰੂ ਕਰਨਾ ਚਾਹੂੰਗਾ, ਕਿਤੇ ਨਾ ਕਿਤੇ ਜੋ ਲੋਕ ਮੋਦੀ ਸਾਹਿਬ ਦੀ ਤਾਰੀਫ ਕਰ ਰਹੇ ਸੀ, ਰੁਖ ਬਦਲਦਾ ਹੋਇਆ ਲੱਗ ਰਿਹਾ ਹੈ। ਲੱਗਦਾ ਹੈ ਕਿ ਜੇ ਇੱਥੇ ਕੰਟਰੋਲ ਨਹੀਂ ਹੋਇਆ ਤੇ ਸ਼ਾਇਦ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਮੋਦੀ ਸਾਹਿਬ ਨੂੰ ਜਾਂ ਮੋਦੀ ਸਾਹਿਬ ਦੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ, ਸ਼ਹਿਰੀ ਵੋਟਰਸ ਜੋ ਕਿ ਆਮ ਤੌਰ ਤੇ ਬੀਜੇਪੀ ਵੱਲ ਸੀ, ਸਾਡੇ ਓਪੀਨੀਅਨ ਪੋਲ ਚ ਤੁਸੀਂ ਖਾਸ ਕਰਕੇ ਦੇਖਿਆ ਜੋ ਸ਼ਹਿਰੀ ਵੋਟਰ ਸੀ ਜਾਂ ਜੋ ਬਿਜ਼ਨਸ ਵੋਟਰ ਸੀ, ਉਹ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਵੱਲ ਸੀ। ਪਰ ਨੋਟਬੰਦੀ ਦੇ ਬਾਅਦ ਆਉਣ ਵਾਲੀਆਂ ਦਿੱਕਤਾਂ ਤੋਂ ਚੌਪਟ ਹੋਈਆਂ ਮਾਰਕੀਟਾਂ ਤੋਂ ਉਹ ਵੋਟਰ ਵੀ ਕਿਤੇ ਨਾ ਕਿਤੇ ਬੀਜੇਪੀ ਤੋਂ ਕੰਨ ਕੱਸਦਾ ਦਿਖ ਰਿਹਾ ਵਾ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਇੰਨਾ ਰਿਵੋਲਟ ਦਾ ਸਾਹਮਣਾ ਨਾ ਕਰਨਾ ਪਵੇ, ਪਰ ਉਹ ਸ਼ਹਿਰੀ ਵੋਟਰ ਕਿਤੇ ਨਾ ਕਿਤੇ ਬੀਜੇਪੀ ਤੋਂ ਨਾਰਾਜ਼ ਹੁੰਦਾ ਦਿਖ ਰਿਹਾ ਵਾ। ਮੈਂ ਇਹੀ ਪਹਿਲਾਂ ਦਿਲਰਾਜ ਸਿੰਘ ਜੀ ਤੁਹਾਡੇ ਤੋਂ ਹੀ ਸ਼ੁਰੂ ਕਰੂੰਗਾ ਕਿ ਤੁਸੀਂ ਮੇਰੀ ਗੱਲ ਨਾਲ ਐਗਰੀ ਜੋ ਕਿ ਵੋਟਰਸ ਨਾਰਾਜ਼ ਹੁੰਦਾ ਦੇਖ ਰਿਹਾ ਵਾ ਤੇ ਉਸ ਐਗਜ਼ੈਕਟ ਸਿਚੁਏਸ਼ਨ ਦਾ ਫਾਇਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਹੋ ਸਕਦਾ ਵਾ। बिल्कुल हरप्रीत जी, बिल्कुल 100% सिर्फ शहरी क्यों हर तरह का वोटर, क्योंकि हुण ऑलमोस्ट एक महीने तो भी उत्ते हो चुका है नोटबंदी नूं, पर हालात बद तो बदतर ही होए है। सरकार किते ना किते पिछों उन्होंने एग्जीक्यूट नहीं कर सकी। जे एग्जीक्यूट किया भी है, जिद्दां हुण छापे पैंदे पे आ, लोगों के कोलों करोड़ां रुपए दे विच नवे नोट निकलते पे आ। किते ना किते बैंकां दे विच ओह कंट्रोल सरकार अपना नहीं रख सकी जो रखना चाहिए सीगा। हैदराबाद पिछे करोड़ां दे विच पैसे निकले। कल परसों दिल्ली विच एक लॉ फर्म विच छापा पिया ते 6 करोड़ रुपया निकलिया। तकरीबन हर रोज इदां दीयां खबरां आंदियां पईयां कि नवे नोट फड़े जांदे पे आ, वो भी करोड़ां दे विच। सरकार ने जो एग्जीक्यूट पहले लेट किया या गलत किया, एग्जीक्यूट सही तरह नहीं कर सके। दूजा जेडे बैंकों को पैसे गया वो बैंकों वालियां ते निगरानी कोई चंगी तरह नहीं रख सकिया, बैंकों वालियां नूं तो भी काम चंगी तरह नहीं करवाया गया। किते ना किते डेफिनेटली एग्जीक्यूशन विच प्रॉब्लम रही हैगी है, जिहड़ी लगदा सी कि 15-20 दिन रहेगी, वो हुण ऑलमोस्ट 1 महीने तो भी उत्ते हो चुका है ते हुण प्रॉब्लम होर ज़्यादा वधदी दिखदी पई है। लाइनां लंबियां दे लंबियां ही है, एटीएमां दे विच पैसा नहीं हैगा,
ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਲੋਕਾਂ ਕੋਲ ਰੋਟੀ ਖਾਣ ਲਈ ਵੀ ਹੁਣ ਮਜ਼ਦੂਰ ਜਿਹੜਾ ਤਬਕਾ ਵਾ ਉਹਦੇ ਕੋਲ ਪੈਸਾ ਨਹੀਂ ਰਿਹਾ ਕਿਉਂਕਿ ਨੋਟ ਕਿਸੇ ਕੋਲ ਵੀ ਨਹੀਂ ਹੈਗੇ। ਹਰ ਪਾਸੇ ਪ੍ਰੋਬਲਮ ਹੁੰਦੀ ਪਈ ਹੈ। ਜਿਹੜਾ ਮੈਂ ਪਹਿਲੇ ਕਹਿੰਦਾ ਪਿਆ ਸੀ ਕਿ ਜੇ ਨੋਟਬੰਦੀ ਸਕਸੈਸਫੁਲ ਹੁੰਦੀ ਹੈ ਤਾਂ ਉਹਦਾ ਮੋਦੀ ਸਾਹਿਬ ਨੂੰ ਫਾਇਦਾ ਜਾਣਾ ਸੀਗਾ, ਬਿਲਕੁਲ ਜਾਣਾ ਸੀਗਾ। ਪਰ ਹਾਲ ਦੀ ਘੜੀ ਜੇ ਆਉਣ ਵਾਲੇ 10-15 ਦਿਨ ਤੱਕ ਵੀ 31 ਦਸੰਬਰ ਤੱਕ ਵੀ ਮੋਦੀ ਸਾਹਿਬ ਨੇ ਆ ਜਿਹੜਾ ਪੈਸੇ ਦਾ ਫਲੋ ਠੀਕ ਨਾ ਕੀਤਾ ਮਾਰਕੀਟ ਦੇ ਵਿੱਚ ਤੇ 100% ਦਾ ਨੁਕਸਾਨ ਹੁੰਦਾ ਦਿਖਦਾ ਪਿਆ ਵਾ। ਸਿੱਧਾ ਬੀਜੇਪੀ ਨੂੰ ਨੁਕਸਾਨ ਹੋਏਗਾ, ਚਾਹੇ ਸ਼ਹਿਰੀ ਖੇਤਰ ਹੋਵੇ, ਚਾਹੇ ਪੇਂਡੂ ਖੇਤਰ ਹੋਵੇ, ਚਾਹੇ ਜਿਹੜਾ ਮਰਜ਼ੀ ਵਰਗ ਹੋਵੇ, ਉਹਦਾ ਨੁਕਸਾਨ ਬੀਜੇਪੀ ਨੂੰ ਹੋਏਗਾ ਹੀ ਹੋਏਗਾ। ਸਾਡੇ ਨੇ ਕਾਲਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 2566। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਤਾਂ ਬਾਕੀ ਪੈਨਲਿਸਟਾਂ ਨੂੰ। ਤਾਂ ਇੱਕ ਤਾਂ ਹੈਗਾ ਨੈਸ਼ਨਲ ਐਂਥਮ ਤੇ ਮੈਂ ਗੱਲ ਕਰਨੀ ਤੇ ਇੱਕ ਜਿਹੜੇ ਪੈਸਿਆਂ ਤੇ ਜਿਹੜਾ ਨੈਸ਼ਨਲ ਐਂਥਮ ਆ ਵੀ ਇਹ ਜੇ ਮੂਵੀ ਥੀਏਟਰ 'ਚ ਜਾਂਦੇ ਆ ਵੀ ਇਹ ਗਲਤ ਆ। ਵੀ ਜਿਹੜੇ ਅਸੀਂ ਇੱਥੇ ਸਕੂਲਾਂ 'ਚ ਪੜ੍ਹਨ ਲੱਗੇ ਸੀ ਸਾਨੂੰ ਇੱਥੇ ਗਾਉਣ ਨੂੰ ਪਹਿਲਾਂ ਸ਼ੁਰੂ ਵਾਪਸ ਕਹਿੰਦੇ ਸੀ ਗੌਡ ਸੇਵ ਦ ਕੁਈਨ, ਉਹਦੇ ਵਾਸਤੇ ਵੀ ਕਾਫੀ ਲੜ ਕੇ ਵੀ ਪਰੇ ਕਰਾਇਆ। ਤਾਂ ਹੁਣ ਨੈਸ਼ਨਲ ਐਂਥਮ ਚਲੋ ਜਿਹਦਾ ਸਪੋਰਟਸ ਵਿੱਚ ਤਾਂ ਹੈ ਲਾਈਵ ਵੀ ਸੰਗ ਹੁੰਦੀ ਆ ਤਾਂ ਵੀ ਗੇਮ ਸ਼ੁਰੂ ਹੋਣੀ ਆ। ਮੂਵੀ ਬਣੀ ਆ, ਫਿਲਮ ਬਣੀ ਆ, ਫਿਲਮ 'ਚ ਉੱਥੇ ਡਾ ਕਰਕੇ ਵੀ ਬੰਦਾ ਕਹਿੰਦਾ 2.5 ਘੰਟੇ ਆਪਣੇ ਲਾ ਕੇ ਚਲੀਏ। ਜਿਹੜਾ ਨੈਸ਼ਨਲ ਐਂਥਮ ਦਾ ਫਿਲਮਾਂ ਵਿੱਚ ਜਾਂ ਥੀਏਟਰਾਂ ਵਿੱਚ ਮੈਂ ਤਾਂ ਕੋਈ ਸਹੀ ਨਹੀਂ ਆ ਵੀ ਜਿੱਦਾਂ ਵੀ ਬੈਕਵਰਡ ਵੀ ਅਸੀਂ ਜਾ ਰਹੇ ਹਾਂ ਵੀ ਦੁਨੀਆ ਤੇ ਚੰਦ ਤੱਕ ਪਹੁੰਚ ਗਈ ਆ ਤਾਂ ਅਸੀਂ ਪੁੱਠੇ ਰਸਤੇ ਤੁਰੇ ਹੋਣ। ਜਿਹੜਾ ਵੀ ਪੈਸਿਆਂ ਉੱਪਰ ਆ ਗੱਲਬਾਤ ਆ ਵੀ ਇਹ ਬਿਲਕੁਲ ਜਿਹੜਾ ਮੋਦੀ ਸਾਹਿਬ ਕਹਿੰਦੇ ਸੀ ਕਿਸੇ ਨੂੰ ਬਹੁਤ ਵੱਡੀ ਸੀਕਰਟ ਆ ਵੀ ਆਹ ਆ ਏਦਾਂ। ਦੇਖੋ ਕਿੰਨੇ ਪੈਸੇ ਫੜ ਹੋਏ, ਕਰੋੜਾਂ ਵਿੱਚ ਸੋਨਾ ਕਿੰਨਾ ਕਿਲੋਆਂ 'ਚ ਫੜ ਹੋਇਆ, ਬਾਥਰੂਮਾਂ ਦੇ ਵਿੱਚ ਲੋਕਰ ਬਣਾਇਆ ਸੀ, ਸਾਰਾ ਕੁਛ ਕੀਤਾ ਸੀ। ਇਹ ਵੀ ਮੇਰੇ ਹਿਸਾਬ ਨਾਲ ਤਾਂ ਵੀ ਜਿਹੜਾ ਮੋਦੀ ਸਾਹਿਬ ਵੀ ਕਹਿ ਰਹੇ ਸੀ ਵੀ ਆਪਣਾ ਵੀ ਬਹੁਤ ਵੱਡੀ ਸੀਕਰਟ ਰੱਖੀ ਆ। ਇਹਨੀ ਜਿਹੜੇ ਮੇਨ ਬੰਦੇ ਸੀ, ਜਿਹੜੇ ਮੇਨ ਇਹ ਧੰਦਾ ਕਰਦੇ ਆ ਬਈ 2 ਨੰਬਰ ਦਾ, ਉਹਨਾਂ ਨਾਲ ਸਾਰਾ ਕੁਛ ਪਹਿਲਾਂ ਕਰਕੇ ਸਿਰਫ ਇਲੈਕਸ਼ਨ ਜਿਹੜੇ ਆ ਰਹੇ ਆ ਇਹਨਾਂ ਵਾਸਤੇ ਵੀ ਕੰਟਰੋਲ ਕਰਨ ਵਾਸਤੇ ਆ ਪੈਸਿਆਂ ਦਾ ਕੰਮ ਸ਼ੁਰੂ ਕੀਤਾ। ਜੇ ਵੀ ਇਹ ਨਹੀਂ ਕਰਨਾ ਹੀ ਸਹੀ ਆ ਨੋਟਾਂ ਦਾ। ਪਹਿਲੀ ਗੱਲ ਤਾਂ ਜਾਂ ਤਾਂ ਫਿਰ ਜ਼ਿਆਦਾ 1000 ਦਾ ਨੋਟ ਤੇ ਫਿਰ 2000 ਦਾ ਕਰ ਲੈ ਜਾਂਦਾ। ਹੁਣ ਵੀ ਦੇਖੋ ਕੈਨੇਡਾ ਵਿੱਚ 1000 ਦਾ ਨੋਟ ਹੁੰਦਾ ਸੀ, ਉਹਨੇ 1000 ਦਾ ਨੋਟ ਚੱਕ ਕੇ 100 ਤੋਂ ਹੀ ਅਜੇ ਤੱਕ ਰੱਖਿਆ, ਕੋਈ 500 ਦਾ ਨੋਟ ਨਹੀਂ ਬਣਿਆ। ਤਾਂ ਵੀ ਏਦਾਂ ਵੀ ਚੀਜ਼ਾਂ ਖਤਮ ਕੀਤੀਆਂ ਜਾਂਦੀਆਂ। ਇਹ ਥੋੜ੍ਹਾ ਵੀ ਹੁਣ ਤੁਸੀਂ 1000 ਦਾ ਨੋਟ ਚੱਕਦੇ ਹੋ ਤਾਂ ਉਹਦੇ ਥਾਂ 2000 ਦਾ ਬਣਾ ਦਿਓ। ਸੋ ਇਹ ਟੋਟਲੀ ਜਿਹੜਾ ਮੋਦੀ ਦੀ ਸਕੀਮ ਆ ਇਹ ਦੂਜਾ ਬਲੈਕ ਧੰਦਾ ਫੰਡਦੇ ਨਹੀਂ, ਇਹ ਤਾਂ ਸਿਰਫ ਪੋਲੀਟੀਕਲ ਬਾਕੀ ਪਾਰਟੀਆਂ ਨੂੰ ਮਾਰਨ ਵਾਸਤੇ ਆ। ਤਾਂ ਦੂਜੀ ਆ ਜਿਹੜੀ ਇੱਕ ਤੀਸਰੀ ਕੱਲ ਕੋਈ ਕਾਲਰ ਕਹਿ ਕੇ ਗਿਆ ਸੀ ਵੀ ਆਹ ਚੈਨਲ ਜਿਹੜਾ ਇਹਨੂੰ ਕੋਈ ਪੈਸੇ ਦੇਣ ਦਾ ਵੀ ਉੱਧਰਲੀ ਜਾਂਦੀਆਂ ਗੱਲਾਂ ਕਰਨ ਲੱਗ ਪੈਂਦਾ। ਬਿਲਕੁਲ ਗਲਤ ਆ। ਅਸੀਂ ਕਿੰਨੇ ਚਿਰ ਤੇ ਸੁਣਦੇ ਆ, ਕਾਲ ਵੀ ਕਰਦੇ ਆ, ਤੁਹਾਡੇ ਸਾਰੇ ਪੈਨਲਿਸਟ ਸਾਰੇ ਜਿਹੜੀ ਸਹੀ ਗੱਲ ਆ ਉਹ ਤੇ ਕਰਦੇ ਆ। ਉਹਨੂੰ ਪਤਾ ਨਹੀਂ ਕਿੱਦਾਂ ਬਈ ਉਹਦੇ ਮਨ 'ਚ ਜੇ ਆਮ ਬਾਰੇ ਗੱਲ ਕਰਨ ਲੱਗ ਪੈਂਦੇ ਆ ਤਾਂ ਕਹਿੰਦੇ ਅਸੀਂ ਆਮ ਦੇ ਆ, ਜੇ ਕਾਂਗਰਸ ਨੂੰ ਕਹਿਣ ਲੱਗ ਪੈਂਦੇ ਵੀ ਕਾਂਗਰਸ ਦੇ। ਵੀ ਗੱਲ ਤਾਂ ਜਿਹੜੀ ਮੇਨ ਪਬਲਿਕ ਕੀ ਕਹਿ ਰਹੀ ਆ ਉਹਦੇ ਵਾਸਤੇ ਆ। ਤਾਂ ਜਿਹੜੇ ਵੀ ਲੋਕ ਇੰਡੀਆ 'ਚ ਜਿਹੜੇ ਕਹਿੰਦੇ ਆ ਮੋਦੀ ਸਾਹਿਬ ਨੇ ਠੀਕ ਕੀਤਾ, ਉਹ ਸਾਰੇ ਲੋਕ ਡਰਦੇ ਆ ਜੇ ਅਸੀਂ ਕੋਈ ਗਲਤ ਕਹਿ ਦਿੱਤਾ ਤਾਂ ਸਾਡੇ ਤੇ ਕੋਈ ਐਕਸ਼ਨ ਨਾ ਆਜੇ। ਲਾਈਨਾਂ 'ਚ ਸਾਨੂੰ ਪਤਾ ਲੋਕ ਕਿੱਦਾਂ ਕੀ ਹੋਗਾ। ਸੋ ਇਹੀ ਮੇਰੇ ਕਹਿਣਾ ਸੀ। ਧੰਨਵਾਦ। ਥੈਂਕ ਯੂ ਸਰ। ਦਿਲਰਾਜ ਸਿੰਘ ਜੀ, ਜੋ ਤੁਸੀਂ ਡੀਮੋਨੇਟਾਈਜੇਸ਼ਨ ਦੇ ਇਫੈਕਟ ਬਾਰੇ ਗੱਲ ਕੀਤੀ, ਥੋੜਾ ਜਿਹਾ ਜੋ ਕਾਲਰ ਨੇ ਵੀ ਸੀਕ੍ਰੇਟ ਰੱਖਣ ਦੀ ਗੱਲ ਕੀਤੀ ਕਿ ਮੋਦੀ ਸਾਹਿਬ ਨੇ ਸੀਕ੍ਰੇਟ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਤੇ ਨਾਲ ਹੀ ਤੁਸੀਂ ਇਹ ਵੀ ਕਿਹਾ ਕਿ ਇੰਡੀਆ 'ਚ ਹਰ ਜਗ੍ਹਾ ਛਾਪੇਮਾਰੀ ਹੋ ਰਹੀ ਆ ਤੇ ਵੱਡੀ ਮਾਤਰਾ ਵਿੱਚ ਨਵੇਂ ਨੋਟ ਫੜੇ ਜਾ ਰਹੇ ਆ। ਤੇ ਕਿਤੇ ਨਾ ਕਿਤੇ ਇਸ ਗੱਲ ਨੂੰ ਤੇ ਅਸੀਂ ਸ਼ਾਇਦ ਮੰਨ ਸਕਦੇ ਹਾਂ ਕਿ ਬਲੈਕ ਮਨੀ ਨੂੰ ਲੋਕ ਵਾਈਟ ਮਨੀ ਵਿੱਚ ਕਨਵਰਟ ਕਰਨ ਵਿੱਚ ਜਾਂ ਫਿਰ
ਬਲੈਕ ਮਨੀ ਦੀ ਜਿਨ੍ਹਾਂ ਕੋਲ ਧਨ ਪਿਆ ਸੀ ਦੱਬਿਆ ਹੋਇਆ, ਉਹਨੂੰ ਤਰੀਕਾ ਲੱਭ ਕੇ ਉਹਨਾਂ ਨੇ ਨਵੀਂ ਕਰੰਸੀ ਵਿੱਚ ਕਨਵਰਟ ਕਰਵਾ ਲਿਆ ਵਾ, ਚਾਹੇ ਉਹ ਵਾਈਟ ਮਨੀ ਤੇ ਕਰਵਾਇਆ ਹੋਵੇ, ਚਾਹੇ ਜਿੱਦਾਂ ਕਿ ਅਸੀਂ ਕਈ ਕੇਸਿਸ ਦੇਖਿਆ ਗਰੀਬ ਲੋਕਾਂ ਨੂੰ ਲਾਈਨ ਚਲਾ ਕੇ ਕਰਵਾਇਆ ਹੋਵੇ। ਤੇ ਕੀ ਮੋਦੀ ਸਾਹਿਬ ਦੀ ਜੋ ਸੀਕ੍ਰੇਟ ਰੱਖਣ ਵਾਲੀ ਗੱਲ ਸੀ, ਅਸੀਂ ਕਹਿ ਸਕਦੇ ਹਾਂ ਜੋ ਸੀਕ੍ਰੇਟ ਰੱਖਣ ਦੀ ਕੋਸ਼ਿਸ਼ ਕੀਤੀ ਸੀ ਮੋਦੀ ਸਾਹਿਬ ਨੇ, ਉਸ ਕੋਸ਼ਿਸ਼ ਨੂੰ ਅਸੀਂ ਕਹਿ ਸਕਦੇ ਕਿ ਅਸਫਲ ਹੋਈ ਆ, ਕਿਉਂਕਿ ਜਿਨ੍ਹਾਂ ਕੋਲ ਬਲੈਕ ਮਨੀ ਸੀ ਉਹਨਾਂ ਨੇ ਕਿ ਨਾ ਕਿ ਤਰੀਕੇ ਨਾਲ ਪੈਸਾ ਕਨਵਰਟ ਕਰਵਾ ਲਿਆ ਵਾ। ਮੈਂ ਹਰ ਪਾਲਿਸੀ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇਸ ਪਾਲਿਸੀ ਦੀ ਗੱਲ ਕਰ ਰਿਹਾ ਵਾਂ ਕਿ ਜੋ ਛਾਪੇਮਾਰੀ ਹੋ ਰਹੀ ਆ, ਨਵੇਂ 2000 ਦੇ ਨੋਟ ਫੜੇ ਜਾ ਰਹੇ ਆ, ਟੈਰਰਿਸਟ ਕੋ ਵੀ ਫੜੇ ਗਏ ਨੇ। ਕੀ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਹੇਰਾਫੇਰੀ ਥੱਲੜੇ ਲੈਵਲ ਤੇ ਹੋਈ ਹੋਵੇ, ਪਰ ਉਹਨਾਂ ਲੋਕਾਂ ਨੇ ਕਿਤੇ ਨਾ ਕਿਤੋਂ ਰਾਹ ਲੱਭ ਕੇ ਆਪਣੀ ਕਰੰਸੀ ਕਨਵਰਟ ਕਰਵਾ ਲਈ ਆ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਹੋਈ ਹੈ, ਔਰ ਇਹ ਬਹੁਤ ਲਾਰਜ ਸਕੇਲ ਤੇ ਹੋਈ ਹੈ। ਦੇਖੋ ਕਿਸੇ ਤੁਸੀਂ ਕੱਲ ਇੱਕ ਲਿਸਟ ਅਗਰ ਦੇਖੋ, ਸੂਰਤਗੜ੍ਹ, ਸੂਰਤਪੁਰ, ਜੈਪੁਰ, ਇਹੋ ਜਿਹੀ ਜਗ੍ਹਾ ਤੋਂ 147, 136, 126 ਕਰੋੜ ਦੇ ਜਿਹੜੇ ਨੋਟ ਆ ਫੜੇ ਜਾਣੇ, ਜਿਹਦੇ ਵਿੱਚ ਨਵੀਂ ਕਰੰਸੀ ਵੀ ਸੀਗੀ। ਇਹ ਕਿਤੇ ਨਾ ਕਿਤੇ ਜ਼ਰੂਰ ਇਸ ਪੂਰੇ ਪ੍ਰੋਸੈਸ ਦੇ ਵਿੱਚ ਫਲॉज ਰਹੇ ਨੇ, ਔਰ ਬਿਲਕੁਲ ਸਹੀ ਹੈ, ਫਲॉज ਵੀ ਜਿਹੜੇ ਰਹੇ ਨੇ ਉਹ ਬੈਂਕ EMPLOYEES ਵੱਲੋਂ ਹੀ ਹੋਏ ਨੇ। ਤੁਸੀਂ ਇੱਕ ਚੀਜ਼ ਦੇਖੋ, ਬੈਂਕ ਦੇ ਬਾਹਰ ਬਹੁਤ ਵੱਡੀ ਲਾਈਨ ਲੱਗਦੀ ਹੈ, ਔਰ ਉੱਥੇ ਇਹ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਸਿਰਫ 2000 ਤੋਂ ਵੱਧ ਪੈਸੇ ਨਹੀਂ ਮਿਲਣਗੇ, ਔਰ ਇੱਕ ਪਾਸੇ ਤੁਸੀਂ ਐਸੀ ਡੀਲ ਕਰਦੇ ਹੋ, ਬੈਂਕ ਮੈਨੇਜਰ ਜਾਂ ਕਹਿ ਲਓ ਜਾਂ ਬੈਂਕ ਸਟਾਫ ਉਹਦੇ ਵਿੱਚ ਇਨਵੋਲਵ ਹੁੰਦਾ ਹੈ, ਜਿਹਦੇ ਵਿੱਚ ਕਰੋੜਾਂ ਰੁਪਏ ਕਿਸੇ ਨੂੰ ਟ੍ਰਾਂਸਫਰ ਕਰਕੇ ਦੇ ਦਿੱਤੇ ਜਾਂਦੇ ਨੇ। ਇਹ ਬਿਲਕੁਲ ਇਸ ਚੀਜ਼ ਦੇ ਵਿੱਚ ਫਲॉ ਹੈ ਔਰ ਕਮੀ ਹੈ, ਔਰ ਇਸ ਚੀਜ਼ ਨੂੰ ਓਵਰਕਮ ਕਰਨ ਲਈ ਮੈਂ ਕੱਲ ਮੀਡੀਆ ਦੇਖ ਰਿਹਾ ਸੀ, ਉਹਦੇ ਵਿੱਚ ਗਵਰਨਮੈਂਟ ਨੇ ਇੱਕ ਸਟੈਪ ਚੱਕਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ, ਹੁਣ ਇਹ ਸੱਚ ਹੈ ਜਾਂ ਝੂਠ ਹੈ ਇਹ ਟਾਈਮ ਦੱਸੇਗਾ, ਲੇਕਿਨ ਉਹਦੇ ਵਿੱਚ ਇਹ ਪੁਸ਼ਟੀ ਕੀਤੀ ਉਹਨਾਂ ਨੇ ਕਿ ਉੱਥੇ ਉਹਨਾਂ ਨੇ ਸਟਿੰਗਸ ਕਰਵਾਏ ਨੇ ਕੁਝ ਬੈਂਕਸ ਦੇ ਵਿੱਚ, ਜਿੱਥੇ ਜਿਹੜੇ ਬੈਂਕ ਦੇ ਵਿੱਚ ਇਦਾਂ ਦੀ ਕੋਈ ਉਹਨਾਂ ਨੂੰ ਲੱਗੀ ਹੈ ਜਾਂ ਸ਼ਿਕਾਇਤ ਆਈ ਹੈ, ਉੱਥੇ ਉਹਨਾਂ ਨੇ ਮੈਨੇਜਰਸ ਦੇ ਉੱਪਰ ਸਟਿੰਗ ਕਰਵਾਏ ਨੇ। ਔਰ ਸਟਿੰਗ ਦਾ ਜਿਹੜਾ ਬੈਨੀਫਿਟ ਕਿਵੇਂ ਹੋਏਗਾ ਮੈਂ ਤੁਹਾਨੂੰ ਦੱਸਦਾ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ RBI ਕਿਸੇ ਬੈਂਕ ਨੂੰ ਕਰੰਸੀ ਇਸ਼ੂ ਕਰਦੀ ਹੈ, ਤਾਂ ਉਹਦੇ ਜਿਹੜੇ ਨੰਬਰਸ ਹੁੰਦੇ ਨੇ, ਉਹਦੇ ਪੂਰੀ ਦੀ ਪੂਰੀ ਇੱਕ ਡਿਟੇਲ ਇੱਕ ਮੇਨਟੇਨ ਕੀਤੀ ਜਾਂਦੀ ਹੈ। ਉਸ ਬੈਂਕ ਨੂੰ ਅਗਰ ਉਹ 2 ਕਰੋੜ ਦਾ ਕੈਸ਼ ਇੱਕ ਦਿਨ 'ਚ ਜਾਂਦਾ ਹੈ, ਤਾਂ ਉਹ 2 ਕਰੋੜ ਦਾ ਕੈਸ਼ ਕਿੱਥੇ ਗਿਆ, ਕਿਸ ਨੂੰ ਡਿਸਟ੍ਰੀਬਿਊਟ ਕੀਤਾ ਗਿਆ, ਉਹਦੀ ਪੂਰੀ ਡਿਟੇਲ ਰੱਖੀ ਜਾਂਦੀ ਹੈ, ਔਰ ਉਸ ਸਟਿੰਗਸ ਤੋਂ ਇਹ ਚੀਜ਼ ਕਲੀਅਰ ਹੋ ਜਾਏਗੀ। ਔਰ ਮੈਨੂੰ ਲੱਗਦਾ ਹੈ ਕਿ ਇਹ ਸਕਸੈਸ ਵੀ ਹੋ ਜਾਏਗਾ, ਕਿਉਂਕਿ ਕੁਝ ਐਕਸਿਸ ਬੈਂਕ ਦਾ ਨਾਮ ਬਹੁਤ ਹਾਈਲਾਈਟ ਉੱਪਰ ਆ ਰਿਹਾ ਹੈ, ਜਿਹਦੇ ਵਿੱਚ ਉਹਨਾਂ ਦੇ 19 ਤੋਂ ਲੈ ਕੇ 25 ਦੇ ਕਰੀਬ ਜਿਹੜੇ ਮੈਨੇਜਰਸ ਨੇ ਉਹਨਾਂ ਨੂੰ ਇਨਵੈਸਟੀਗੇਸ਼ਨ ਲਈ ਬੁਲਾਇਆ ਵੀ ਗਿਆ, ਔਰ ਇਦਾਂ ਦੇ ਹੋਰ ਕਈ ਬੈਂਕ ਵੀ ਜਿਹੜੇ ਆ ਉਹ ਆਏ ਨੇ ਜਿਹਦੇ ਵਿੱਚ ਇਹ ਧਾਂਦਲੀਆਂ ਹੋਈਆਂ। ਕਿਉਂਕਿ ਦੇਖੋ ਗਰੀਬ ਜਿਹੜਾ ਉਹ 2000 ਲਈ ਤਰਸ ਰਿਹਾ, ਔਰ ਇੱਕ ਬੰਦੇ ਨੂੰ ਤੁਸੀਂ 2000 ਕਰੋੜ ਰੁਪਇਆ ਟ੍ਰਾਂਸਫਰ ਕਰਕੇ ਦੇ ਰਹੇ ਹੋ, ਇਹ ਕਿੱਥੋਂ ਦੀ ਤੁਸੀਂ ਕਹਿ ਲਓ ਕਿ ਇਕੁਐਲਿਟੀ ਹੈ। ਕਿਤੇ ਨਾ ਕਿਤੇ ਫਲॉज ਜ਼ਰੂਰ ਰਿਹਾ ਉਹਨਾਂ ਦੀ ਪਾਲਿਸੀ ਦੇ ਵਿੱਚ। ਔਰ ਹਫਤਾ ਪਹਿਲਾਂ ਜੋ ਲੋਕੀ ਲਾਈਨ ਦੇ ਵਿੱਚ ਖੜੇ ਪ੍ਰੇਜ਼ ਕਰਦੇ ਸੀ ਮੋਦੀ ਦੀ, ਅੱਜ ਉਹ ਥੋੜਾ ਜਿਹਾ ਗੁਰੇਜ਼ ਕਰਦੇ, ਔਰ ਉਹਨਾਂ ਦੇ ਵਿੱਚ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ, ਕਿਉਂਕਿ ਉਹਨਾਂ ਨੂੰ ਆਪਣੀਆਂ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ ਉਹ ਵੀ ਖਰੀਦਣ ਦੇ ਲਈ ਪੈਸੇ ਨਹੀਂ ਹੈਗੇ ਉਹਨਾਂ ਕੋਲ। ਬਿਲਕੁਲ ਬਾਕੀ ਗਵਰਨਮੈਂਟ ਵੱਲੋਂ ਜਿਹੜੇ ਸਟੈਪ ਲਿੱਤੇ ਗਏ ਨੇ ਉਹਦੀ ਹੁਣ 1-2 ਦਿਨ ਦੇ ਵਿੱਚ ਕਲੈਰਿਟੀ ਆ ਜਾਏਗੀ ਕਿ ਉਸ ਸਟਿੰਗਸ ਦੇ ਵਿੱਚ ਕੀ ਆਇਆ, ਉਸ ਸਟਿੰਗ ਦੇ ਵਿੱਚ ਕੀ ਕਲੀਅਰ ਹੋਇਆ, ਸੌਰੀ। ਉਸ ਤੋਂ ਬਾਅਦ ਇਹ ਚੀਜ਼ ਕਲੀਅਰ ਹੋ ਜਾਏਗੀ ਕਿਹੜੇ ਮੈਨੇਜਰ ਕਿਹੜੇ ਸਟਾਫ ਦੇ ਵਿੱਚ। ਮੈਨੇ ਕਾਲਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਲਾਸਟ 4 ਨੰਬਰ ਨੇ 6855। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਪਲੀਜ਼ ਗੋ ਅਹੈਡ ਸਰ। ਤੁਸੀਂ ਕਹਿ ਰਹੇ ਵੀ ਬੰਦਿਆਂ ਦੀ ਫੜਾਈ ਹੋ ਰਹੀ ਹੈ। ਕੱਲ ਸਾਨੂੰ ਇੱਕ ਬੰਦਾ ਮਿਲਿਆ ਇੱਥੇ, ਨਵਾਂ ਇੰਡੀਆ ਤੋਂ ਆਇਆ, ਉਹ ਸ਼੍ਰੋਮਣੀ ਕਮੇਟੀ ਜਿਹੜਾ ਬੰਦਾ ਹਟਾਇਆ ਉਹਦੇ ਬਹੁਤ ਨੇੜੇ ਸੀਗਾ। ਉਹ ਕਹਿੰਦਾ ਵੀ ਅੱਜ CBI ਦਾ ਛਾਪਾ ਅੱਜ ਬਾਦਲ ਪਰਿਵਾਰ 'ਚ ਪੈ ਜਾਵੇ। ਸਾਨੂੰ ਹੈਰਾਨੀ ਵਾਲੀ ਗੱਲ ਹੋਈ, ਇੰਨਾ ਸੋਨਾ ਤੇ ਇੰਨਾ USA ਡਾਲਰ, ਇੰਨਾ ਪਾਉਂਡ ਉਹਦੇ ਜਵਾਈ ਨੇ ਉਹਦੇ ਸਾਲੇ ਨੇ ਇਹਨਾਂ ਨੇ ਇਕੱਠਾ ਕਰਕੇ ਰੱਖਿਆ ਹੋਇਆ। ਜੇ ਇੱਕ ਟਾਈਮ ਛਾਪਾ ਪੈ ਜਾਵੇ, ਉਹ ਕਹਿੰਦੇ ਤੁਸੀਂ ਲੋਕ ਇੱਥੋਂ ਪੁਸ਼ ਕਰੋ ਲੋਕੀ ਇਹਨਾਂ ਨੂੰ ਵੀ ਇੰਨਾ ਪੈਸਾ ਬਾਦਲ ਪਰਿਵਾਰ ਨੇ ਇਕੱਠਾ ਕਰਿਆ ਹੋਇਆ ਹੈ। ਤੁਸੀਂ ਹੈਰਾਨ ਰਹਿ ਜਾਓਗੇ ਵੀ ਅੰਤ ਨਹੀਂ ਇੰਨੇ ਪੈਸੇ ਦਾ, ਇਹ ਕਿਉਂ ਨਹੀਂ ਹੋ ਰਿਹਾ। ਇਹਦੇ ਬਾਰੇ ਵੀ ਕੋਈ ਡਿਸਕਸ ਕਰੋ, ਕਿਉਂਕਿ ਬਾਦਲ ਪਰਿਵਾਰ ਨੇ ਜਿੰਨਾ ਵੀ ਰੇਤਾ ਸੁਆਹ ਕੇ ਸ਼੍ਰੋਮਣੀ ਕਮੇਟੀ ਖਾਸ ਬੰਦਾ ਜਿਹੜਾ ਬੰਦਾ ਹਟਾਇਆ ਨਾ ਸ਼੍ਰੋਮਣੀ ਕਮੇਟੀ ਦਾ ਮੋਹਰਲਾ ਬੰਦਾ, ਉਸ ਬੰਦੇ ਦਾ ਕੋਈ ਨੇੜਲਾ ਬੰਦਾ ਸੀਗਾ। ਇੰਨਾ ਸੋਨਾ ਤੁਸੀਂ ਹੈਰਾਨ, ਜੇ ਇਹਦੇ ਇੱਕ ਵਾਰ ਛਾਪਾ ਪੈ ਗਿਆ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਕਿੰਨਾ ਸੋਨਾ, ਕਿੰਨੇ ਡਾਲਰ, ਕਿੰਨੇ ਪਾਉਂਡ। ਇਹਦੇ ਖਾਤਰ ਮੁੱਦਾ ਲੈ ਕੇ ਆਓ, ਕਿਉਂਕਿ ਇਹਦੀ ਹੋਣੀ ਚਾਹੀਦੀ ਹੈ ਇਲੈਕਸ਼ਨ ਤੋਂ ਪਹਿਲਾਂ। थैंक यू सर। एक्टिव जो कॉलर ने मुद्दा उठाया वो एक्चुअली एक मुद्दे ऑलरेडी इंडिया विच मीडिया च उठन लग गए ने।
ਉਹ ਪੋਲੀਟੀਕਲ ਲੀਡਰ ਤੇ ਛਾਪੇ ਪੈ ਚੁੱਕੇ ਨੇ ਜੋ ਪੋਲੀਟੀਕਲ ਪਾਰਟੀਆਂ ਜਾਂ ਪਾਵਰ 'ਚ ਨਹੀਂ ਆ, ਪਰ ਐਕਟਿਵ ਪੋਲੀਟੀਸ਼ੀਅਨਾਂ ਤੇ ਅਜੇ ਤੱਕ ਸ਼ਾਇਦ ਛਾਪੇ ਨਹੀਂ ਪਏ। ਮੈਂ ਗੱਲ ਅੱਗੇ ਨਹੀਂ ਵਧਾਊਂਗਾ, ਸਬਦੀਸ਼ ਜੀ ਐਂਡ ਅਜੀਤ ਜੀ ਨੂੰ ਜ਼ਰੂਰ ਮੌਕਾ ਦਊਂਗਾ। ਹਾਂਜੀ ਹਰਪ੍ਰੀਤ ਜੀ, ਗੱਲ ਇਹ ਹੈ ਹਰਪ੍ਰੀਤ ਜੀ, ਜਦੋਂ ਸ਼ੁਰੂਆਤ ਦੇ ਵਿੱਚ ਇਹ ਮੂਵ ਚੱਲੀ ਸੀ ਨੋਟਬੰਦੀ ਦੀ, ਇਹਦੇ ਉੱਤੇ ਜਿਹੜਾ ਦੇਸ਼ ਭਗਤੀ ਦਾ ਮਲਮਾ ਬਹੁਤ ਜ਼ਿਆਦਾ ਚੜ ਗਿਆ ਸੀ, ਉਹ ਹੌਲੀ ਹੌਲੀ ਉਤਰ ਰਿਹਾ। ਕੋਈ ਹੁਣ ਮੇਰੀ ਇਸ ਗੱਲ ਦੇ ਅਰਥ ਵੀ ਇਹ ਨਾ ਕੱਢ ਲਵੇ ਕਿ ਮੈਂ ਦੇਸ਼ ਭਗਤੀ ਦੇ ਖਿਲਾਫ ਬੋਲ ਰਿਹਾ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਉਦੋਂ ਹਰ ਬੰਦੇ ਨੂੰ ਲੱਗਦਾ ਸੀ ਕਿ ਮੋਦੀ ਸਾਹਿਬ ਦੀ ਮੂਵ 100% ਠੀਕ ਹੈ, ਪਰ ਉਹ ਮਲਮਾ ਹੌਲੀ ਹੌਲੀ ਉਤਰ ਚੁੱਕਾ। ਇਹ ਗੱਲ ਉਹ ਲੋਕ ਵੀ ਸਵੀਕਾਰ ਕਰਦੇ ਨੇ ਜਿਹੜੇ ਉਦੋਂ ਉਹਦੇ ਬਹੁਤ ਜ਼ਿਆਦਾ ਪੱਖ ਦੇ ਵਿੱਚ ਖੜੇ ਹੁੰਦੇ ਸੀ। ਉਦੋਂ ਤਾਂ ਕੋਈ ਇਹ ਗੱਲ ਵੀ ਸੁਣਨ ਲਈ ਤਿਆਰ ਨਹੀਂ ਸੀ ਕਿ ਇਹ ਮੂਵ ਬਿਨਾਂ ਕਿਸੇ ਤਿਆਰੀ ਤੋਂ, ਬਿਨਾਂ ਕਿਸੇ ਦੂਰ ਦ੍ਰਿਸ਼ਟੀ ਤੋਂ ਸਾਹਮਣੇ ਲਿਆਂਦੀ ਗਈ ਆ। ਜਿਹੜੇ ਮੁੱਦਿਆਂ ਦੇ ਆਧਾਰ ਦੇ ਉੱਤੇ ਲਿਆਂਦੀ ਗਈ ਆ, ਉਹ ਮੁੱਦੇ ਬਹੁਤੇ ਜਸਟੀਫਾਈਡ ਨਹੀਂ ਹੈ। ਦੇਸ਼ ਉਹਨਾਂ ਚੀਜ਼ਾਂ ਦੇ ਲਈ ਹਾਲ ਦੀ ਘੜੀ ਤਿਆਰ ਵੀ ਨਹੀਂ ਆ। ਹੁਣ ਮੇਰੇ ਸਾਹਮਣੇ ਅੰਕੜੇ ਪਏ ਨੇ, ਜੇ ਦੇਸ਼ ਦੇ ਵਿੱਚ ਅਸੀਂ ਇਹ ਕਹੀਏ ਕਿ ਅਸੀਂ ਕੈਸ਼ਲੈਸ ਇਕਨੋਮੀ ਦੇ ਉੱਤੇ ਆ ਜਾਣਾ ਚਾਹੁੰਦੇ ਆ, ਤੇ ਦੇਸ਼ ਦੇ ਜਿਹੜੇ ਹਾਲਾਤ ਨੇ, ਮੇਰੇ ਸਾਹਮਣੇ ਅੰਕੜੇ ਨੇ, ਪੂਰੇ ਦੇਸ਼ ਦੇ ਵਿੱਚ 1,38,626 ਬੈਂਕ ਨੇ, ਤੇ ਉਹਦੇ ਵਿੱਚੋਂ ਵੀ 66-67% ਸ਼ਹਿਰਾਂ ਦੇ ਵਿੱਚ ਵੱਡੇ ਮਹਾਨਗਰਾਂ ਦੇ ਵਿੱਚ ਨੇ, ਔਰ ਬਹੁਤ ਥੋੜੀਆਂ ਨੇ ਜਿਹੜੀਆਂ ਬਾਕੀ ਜਿਹਨੂੰ ਅਸੀਂ ਕੰਟਰੀ ਸਾਈਡ ਕਹਿੰਦੇ ਉਹਦੇ ਵਿੱਚ ਜਾਂਦੀਆਂ ਨੇ। ਜੇ ਅਸੀਂ ATM ਦੀ ਗੱਲ ਕਰੀਏ, 2,15,000 ATM ਨੇ ਪੂਰੇ ਮੁਲਕ ਦੇ ਵਿੱਚ, ਉਹਦੇ ਵਿੱਚੋਂ 55,690 ATM ਸਿਰਫ 7 ਮਹਾਨਗਰਾਂ ਦੇ ਵਿੱਚ ਨੇ, ਔਰ 7 ਪੂਰਬ ਉੱਤਰ ਦੇ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ 5199 ATM ਨੇ, ਉਹਨਾਂ ਵਿੱਚੋਂ ਵੀ 3645 ਇਕੱਲੇ ਅਸਾਮ ਦੇ ਵਿੱਚ ਨੇ। ਇਹਨਾਂ ਹਾਲਾਤ ਦੇ ਵਿੱਚ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਸੁੱਤਾ ਉੱਠ ਕੇ ਸੁਪਨਾ ਲੈ ਕੇ ਕਵੇ ਕਿ ਮੈਂ ਅੱਜ ਸ਼ਾਮ ਨੂੰ ਅਨਾਉਂਸਮੈਂਟ ਕਰੂੰਗਾ ਤੇ ਪਰਸੋਂ ਨੂੰ ਜਿਹੜੀ ਆ ਦੇਸ਼ ਕੈਸ਼ਲੈਸ ਇਕਨੋਮੀ ਦੇ ਵਿੱਚ ਚਲਾ ਜਾਵੇਗਾ, ਮੈਂ ਸਮਝਦਾ ਇਹ ਬਿਲਕੁਲ ਸੁਪਨਸਾਜ਼ੀ ਸੀ। ਮੈਨੂੰ ਨਹੀਂ ਸਮਝ ਆਉਂਦੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਉਹ ਬੜੇ ਸੋਚ ਸਮਝ ਕੇ ਫੈਸਲੇ ਲੈਂਦੇ ਨੇ, ਉਹ ਬੜਾ ਦੇਸ਼ ਦਾ ਭਲਾ ਕਰਨਾ ਚਾਹੁੰਦੇ ਨੇ, ਜਿਹੜੇ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੇ ਬੈਂਕਿੰਗ ਨਿਜ਼ਾਮ ਦੀ ਰੀਅਲ ਪੋਜੀਸ਼ਨ ਦਾ ਪਤਾ ਨਹੀਂ, ਜਿਹੜੇ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੇ ਵਿੱਚ ATMਾਂ ਦੀ ਕੁੱਲ ਗਿਣਤੀ ਦਾ ਪਤਾ ਨਹੀਂ, ਉਹ ਡੇਲੀ 125 ਕਰੋੜ ਭਾਰਤੀਆਂ ਦੀ ਗੱਲ ਕਰਦੇ ਨੇ। ਹੁਣ ਵੀ ਉਹਨਾਂ ਨੇ ਅਨਾਉਂਸਮੈਂਟ ਕੀਤੀ, ਬਿਲਕੁਲ ਮੈਂ ਤੇ ਕਹਾਂਗਾ ਝੂਠ ਬੋਲਿਆ ਕਿ ਮੈਨੂੰ ਪਾਰਲੀਮੈਂਟ 'ਚ ਬੋਲਣ ਨਹੀਂ ਦਿੱਤਾ ਜਾ ਰਿਹਾ। ਜਦੋਂ ਮੈਂ ਉੱਥੇ ਉਹ ਇਸੇ ਕਰਕੇ ਮੈਨੂੰ ਜਨ ਸਭਾਵਾਂ ਦਾ ਸਹਾਰਾ ਲੈਣਾ ਪੈ ਰਿਹਾ। ਹੁਣ ਮੈਂ ਜਦੋਂ ਲੋਕ ਸਭਾ ਦੇ ਵਿੱਚ ਵੀ ਕਦੇ ਬੋਲਾਂਗਾ, ਮੈਂ 125 ਕਰੋੜ ਲੋਕਾਂ ਦੀਆਂ ਭਾਵਨਾਵਾਂ ਉੱਥੇ ਸਾਂਝੀਆਂ ਕਰਾਂਗਾ। ਕੀ ਇੱਕ ਦੇਸ਼ ਭਗਤ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੇ ਬੈਂਕਿੰਗ ਨਿਜ਼ਾਮ ਦੇ ਲਿਹਾਜ਼ ਨਾਲ 125 ਕਰੋੜ ਲੋਕਾਂ ਦੀਆਂ ਉਹ ਰੀਅਲ ਸਿਚੁਏਸ਼ਨ ਨਜ਼ਰ ਨਹੀਂ ਆਉਂਦੀ? ਸਾਡਾ ਦੇਸ਼ ਹਾਲੇ ਬਿਲਕੁਲ ਵੀ ਇਹਦੇ ਲਈ ਤਿਆਰ ਨਹੀਂ ਸੀ। ਬਾਕੀ ਗੱਲਾਂ ਨੂੰ ਮੈਂ ਛੱਡ ਵੀ ਲਵਾਂ ਕਿ ਉਹ ਪੈਸੇ ਕਿੱਥੋਂ ਆਏ। ਹੁਣ ਅਗਲੀ ਗੱਲ ਇਹ ਹੈ ਕਿ ਅਸੀਂ ਦੇਸ਼ ਦੇ ਵਿੱਚ ਜਦੋਂ ਹੁਣ ਲਗਾਤਾਰ ਛਾਪੇ ਪੈ ਰਹੇ ਨੇ, ਤੁਹਾਡੇ ਕੋਲੋਂ ਵਾਰ-ਵਾਰ ਤੁਹਾਨੂੰ ਨਜ਼ਰ ਆ ਰਿਹਾ ਕਿ 2000 ਦੇ ਨੋਟ ਥਾਂ-ਥਾਂ ਤੋਂ ਫੜੇ ਜਾ ਰਹੇ ਨੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਫੜੇ ਜਾ ਰਹੇ ਨੇ। ਸਰਕਾਰ ਉਹਦੀ ਪੜਤਾਲ ਕਰੇਗੀ। ਹੁਣ ਉਹਦੇ ਵਿੱਚ ਦੋ ਗੱਲਾਂ ਸ਼ਾਮਲ ਨੇ। ਜੇ ਤਾਂ ਸੱਚਮੁੱਚ ਉਹ RBI ਵੱਲੋਂ ਚੈਸਟ ਨੂੰ ਜਾਰੀ ਕੀਤੇ ਗਏ, ਚੈਸਟ ਨੇ ਗਾਂ ਬੈਂਕਾਂ ਨੂੰ ਦੇ ਦਿੱਤੇ, ਜਿਵੇਂ ਕਿ ਕਾਨੂੰਨੀ ਪ੍ਰਕਿਰਿਆ ਮੁਤਾਬਕ ਪੈਸੇ ਬੈਂਕਾਂ ਤੱਕ ਪਹੁੰਚਦੇ ਨੇ, RBI ਕੋਈ ਸਿੱਧੀ ਕਿਸੇ ਬੈਂਕ ਨੂੰ ਸਿੱਧੀ ਸਪਲਾਈ ਨਹੀਂ ਕਰਦੀ, ਇਹ ਇੱਕ ਸੱਚਾਈ ਹੈ। ਔਰ ਜਿਸ ਤਰੀਕੇ ਦੀ ਪ੍ਰਕਿਰਿਆ ਤਹਿਤ ਸਪਲਾਈ ਹੁੰਦੀ, ਜੇ ਉਹ ਪੈਸੇ ਸੱਚਮੁੱਚ ਚੈਸਟ ਨੂੰ ਸਪਲਾਈ ਹੋਏ ਬੈਂਕਾਂ ਰਾਹੀਂ ਕਰੋੜਾਂ ਰੁਪਈਆ, ਹਜ਼ਾਰਾਂ ਕਰੋੜਾਂ ਰੁਪਈਆ ਲੋਕਾਂ ਤੱਕ ਚਲਾ ਗਿਆ, ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਕਿਵੇਂ ਚਲਾ ਗਿਆ, ਜਦੋਂ ਆਮ ਬੰਦੇ ਨੂੰ ਤੁਸੀਂ ਕਰੰਟ ਅਕਾਊਂਟ ਦੇ ਵਿੱਚ 50,000 ਤੋਂ ਵੱਧ ਸੀਮਾ ਨਹੀਂ ਦਿੱਤੀ ਇੱਕ ਹਫ਼ਤੇ ਦੀ, ਤੇ ਜਿਹੜਾ ਤੁਹਾਡਾ ਆਮ ਅਕਾਊਂਟ ਆ ਉਹਦੇ ਵਿੱਚ ਤੁਸੀਂ 24,000 ਤੋਂ ਵੱਧ ਦੀ ਸੀਮਾ ਨਹੀਂ ਦਿੱਤੀ, ਫਿਰ 24,000 ਕਰੋੜ ਰੁਪਈਆ ਲੋਕਾਂ ਕੋਲੇ ਕਿਵੇਂ ਚਲਾ ਗਿਆ? ਇੱਕ ਸਵਾਲ ਆ। ਜੇ ਉਹ ਪੈਸਾ ਸੱਚਮੁੱਚ RBI ਦਾ ਛਾਪਿਆ ਹੋਇਆ ਪੈਸਾ ਹੈ, ਫਿਰ ਵੀ ਇੱਕ ਸਵਾਲ ਹੈ ਕਿ ਜੇ ਉਹ ਪੈਸਾ ਨਕਲੀ ਨੋਟਾਂ ਦੀ ਜਗ੍ਹਾ ਸ਼ਕਲ ਦੇ ਵਿੱਚ ਛਪ ਕੇ ਆ ਗਿਆ, ਫਿਰ ਉਸ ਤੋਂ ਵੀ ਵੱਡਾ ਸਵਾਲ ਆ। ਹਾਲੇ ਤਾਂ ਇਹ ਵੀ ਤੈਅ ਹੋਣਾ ਕਿ ਉਹ ਪੈਸਾ ਸੱਚਮੁੱਚ ਬੈਂਕਾਂ ਰਾਹੀਂ ਲੋਕਾਂ ਕੋਲੇ ਚਲਾ ਗਿਆ ਕਿ ਨਕਲੀ ਰੁਪਈਆ ਜਿਹੜਾ ਫੜਿਆ ਜਾ ਰਿਹਾ, ਜਿਹਨੂੰ ਸਰਕਾਰ ਹਾਲੇ ਇਹ ਤੈਅ ਕਰੇਗੀ ਕਿ ਉਹ ਪੈਸਾ ਕਿਵੇਂ ਤੇ ਕਿੱਥੋਂ ਆਇਆ, ਉਹ ਨਕਲੀ ਹੈ ਕਿ ਅਸਲੀ ਪੈਸਾ ਵਾ। ਜੇ ਅਸਲੀ ਆ ਤਾਂ ਮੇਰਾ ਖਿਆਲ ਸਰਕਾਰ 100% ਫੇਲ ਹੋ ਚੁੱਕੀ ਆ। ਜੇ ਨਕਲੀ ਹੈ ਤਾਂ ਫਿਰ ਵੀ ਸਰਕਾਰ ਦੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ, ਜਿਹਨੇ ਇਸੇ ਆਧਾਰ ਦੇ ਉੱਤੇ ਐਡਾ ਵੱਡਾ ਫੈਸਲਾ ਲੈ ਲਿਆ ਸੀ ਕਿ ਅਸੀਂ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਨਕਲੀ ਪੈਸਾ ਕਢਵਾਵਾਂਗੇ। ਜਦੋਂ ਸੁਪਰੀਮ ਕੋਰਟ ਨੇ 8 ਦਿਨ ਬਾਅਦ ਇੱਕ ਸਵਾਲ ਕੀਤਾ ਸੀ ਭਾਰਤ ਸਰਕਾਰ ਨੂੰ ਕਿ ਜੇ 10 ਲੱਖ ਕਰੋੜ ਰੁਪਈਆ ਵਾਪਸ
ਆ ਜਾਂਦਾ ਵਾ ਕਰੰਸੀ ਦਾ ਜਿਹੜੀ ਤੁਸੀਂ ਰੱਦ ਕਰ ਦਿੱਤੀ ਆ, ਕਿ ਕੀ ਤੁਹਾਡੀ ਤਸੱਲੀ ਹੋਏਗੀ? ਅੱਜ ਦੀ ਤਰੀਕ ਦੇ ਵਿੱਚ ਜਿੰਨੇ ਪੈਸੇ ਬੈਂਕਾਂ ਦੇ ਵਿੱਚ ਆ ਰਹੇ ਨੇ, ਕੁਝ ਲੋਕ ਖਦਸ਼ਾ ਪ੍ਰਗਟ ਕਰ ਰਹੇ ਨੇ ਕਿ ਜਿੰਨੀ ਕਰੰਸੀ 500 ਤੇ 1000 ਦੇ ਨੋਟਾਂ ਦੀ ਸ਼ਕਲ ਦੇ ਵਿੱਚ ਸਰਕਾਰ ਵੱਲੋਂ RBI ਵੱਲੋਂ ਜਾਰੀ ਕੀਤੀ ਗਈ ਸੀ, ਸ਼ਾਇਦ ਉਹਦੇ ਤੋਂ ਜ਼ਿਆਦਾ ਪੈਸਾ ਬੈਂਕਾਂ ਦੇ ਵਿੱਚ ਜਮ੍ਹਾਂ ਹੋਣ ਦੇ ਖਦਸ਼ੇ ਪੈਦਾ ਹੋ ਗਏ ਨੇ। ਜੇ ਕਿਤੇ ਇਹ ਵਾਪਰ ਗਿਆ ਤਾਂ ਫਿਰ ਸਰਕਾਰ ਦਾ ਨੱਕ ਨੂਜ ਕਿਵੇਂ ਬਚੇਗਾ? ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਆ। ਮੈਨੂੰ ਲੱਗਦਾ ਗੱਲ ਮੇਰੀ ਥੋੜੀ ਜ਼ਿਆਦਾ ਲੰਬੀ ਹੋ ਗਈ, ਮੈਂ ਆਪਣੀ ਗੱਲ ਖਤਮ ਕਰਦਾ। ਮੁੱਦੇ ਹੋਰ ਵੀ ਕਈ ਹੋ ਸਕਦੇ ਨੇ ਤੇ ਟਾਈਮ ਵੀ ਸਾਡੇ ਕੋਲੇ ਕੋਈ ਬਹੁਤ ਜ਼ਿਆਦਾ ਨਹੀਂ ਬਚਿਆ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 8408। हेलो ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 8408। ਸਤਿ ਸ਼੍ਰੀ ਅਕਾਲ ਸਰ। हाँ जी सत श्री अकाल जी। मैं सवदीप जी ने एक क्वेश्चन पूछना चाहना कि सवदीप जी ने उन्होंने कहा कि देश प्लास्टिक मनी लेके या ऑनलाइन ट्रांजैक्शन ਲਈ ਤਿਆਰ ਨਹੀਂ ਹੈਗਾ, ਤੇ ਕਦੋਂ ਤਿਆਰ ਹੋਊਗਾ? ਤੁਸੀਂ ਮੈਨੂੰ ਇੱਕ ਡੇਟ ਦੱਸ ਸਕਦੇ ਆ ਵੀ ਕੀ ਤਿਆਰੀ ਲਈ ਕੀ ਕਰਨਾ ਪੈਣਾ ਹੈ? ਕਿਹੜਾ ਕਿਹਦੇ ਕੋਲ ਮੰਤਰ ਹੈਗਾ ਵੀ ਦੇਸ਼ ਨੂੰ ਤਿਆਰ ਕਰਨਾ ਪੈਣਾ? ਦੇਸ਼ ਤਾਂ ਏਦਾਂ ਹੀ ਤਿਆਰ ਹੁੰਦੇ ਆ। ਹੁਣ ਕੈਨੇਡਾ, ਅਮਰੀਕਾ ਜਾਂ ਕੋਈ ਯੂਰਪੀਅਨ ਦੇਸ਼ ਹੈਗੇ ਆ, ਉਹ ਵੀ ਏਦਾਂ ਹੀ ਤਿਆਰ ਹੋਏ ਆ। ਉਹ ਇਨਫਰਾਸਟਰਕਚਰ ਤਿਆਰ ਕੀਤਾ, ਸਾਰਾ ਕੁਝ ਤਿਆਰ ਕੀਤਾ, ਤਾਂ ਹੀ ਤਾਂ ਆਨਲਾਈਨ ਟ੍ਰਾਂਜੈਕਸ਼ਨ ਹੋਈਆਂ। ਕੈਨੇਡਾ ਦੇਖ ਲਓ, ਹੁਣ ਫਿਰ ਇਹਨੇ ਇੱਥੇ ਅਸੀਂ ਕਦੀ ਨੋਟ ਦੇਖੇ ਨਹੀਂ ਹੈਗੇ। ਸਾਡੇ ਸਾਰੇ ਕ੍ਰੈਡਿਟ ਕਾਰਡ ਤੇ ਹੀ ਸਾਰਾ ਕੁਝ ਚੱਲੇਗਾ, ਆਨਲਾਈਨ ਟ੍ਰਾਂਜੈਕਸ਼ਨਾਂ ਚੱਲਦੀਆਂ। ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਦੀ ਨਾ ਕਦੀ ਕਰਨੀ ਪੈਣੀ ਸੀ। ਇਹ ਸਵਦੀਪ ਜੀ ਕੋਲ ਕੋਈ ਡੇਟ ਹੈਗੀ ਹੈ ਕਿੱਦਣ ਤਿਆਰ ਹੋਣਾ ਦੇਸ਼ ਨੇ ਆਨਲਾਈਨ ਟ੍ਰਾਂਜੈਕਸ਼ਨਾਂ ਲਈ? ਜੇ ਏਦਾਂ ਦਾ ਕੋਈ ਫਾਰਮੂਲਾ ਜਾਂ ਤਰੀਕਾ ਹੈ? ਥੈਂਕ ਯੂ ਸਰ। ਮੌਕਾ ਦਿਓ ਤਾਂ ਮੈਂ ਜ਼ਰੂਰ ਜਵਾਬ ਦੇਣਾ ਚਾਹਾਂਗਾ। ਥੈਂਕ ਯੂ ਸਰ। ਸਰ ਜੋ ਤੁਸੀਂ ਆਪਣੀਆਂ ਗੱਲਾਂ 'ਚ ਆਪਣਾ ਜਵਾਬ ਆਪ ਹੀ ਦਿੱਤਾ। ਤੁਸੀਂ ਕੈਨੇਡਾ ਅਮਰੀਕਾ ਦੀ ਕੰਪੈਰੀਜ਼ਨ ਇੰਡੀਆ ਨਾਲ ਕੀਤੀ ਆ। ਜੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਕੈਨੇਡਾ ਅਮਰੀਕਾ ਵਰਗੇ ਮੁਲਕ ਇਨਫਰਾਸਟ੍ਰਕਚਰ ਵਿੱਚ ਇੰਡੀਆ ਤੋਂ ਬਹੁਤ ਅੱਗੇ ਨੇ। ਇੰਡੀਆ 'ਚ ਬਿਜਲੀ ਜਾਣ ਤੋਂ ਜਿਨ੍ਹਾਂ ਲੋਕਾਂ ਕੋਲ ATM ਮਸ਼ੀਨਾਂ, ਉਹਨਾਂ ਨੂੰ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਲੈਕਟ੍ਰਿਸਿਟੀ ਪ੍ਰੋਬਲਮ, ਨੈਟਵਰਕ ਪ੍ਰੋਬਲਮ। ਜੇ ਸਬਦੀਸ਼ ਜੀ ਇਹ ਕਹਿ ਰਹੇ ਨੇ ਕਿ ਦੇਸ਼ ਤਿਆਰ ਨਹੀਂ ਹੈ, ਤੇ ਆਈ ਥਿੰਕ ਉਸ ਚੀਜ਼ ਨਾਲ ਸਾਨੂੰ ਸਹਿਮਤ ਹੋਣਾ ਚਾਹੀਦਾ। ਇੱਕ ਅਨਾਉਂਸਮੈਂਟ ਨਾਲ ਰਾਤੋਂ ਰਾਤ ਤਿਆਰੀ ਪੂਰੀ ਨਹੀਂ ਹੋ ਸਕਦੀ। ਮੈਂ ਥੋੜੀ ਜੀ ਗੱਲ ਅੱਗੇ ਬੋਲਣਾ ਚਾਹੂੰਗਾ। ਪਹਿਲੇ ਇੱਕ ਚੰਗੀ ਗੱਲ ਸਿਰਫ ਇਹ ਕੀਤੀ ਹੈ ਕਾਲਰ ਨੇ ਕਿ ਉਹਨੇ ਮੇਰੇ ਤੇ ਇਹ ਇਲਜ਼ਾਮ ਨਹੀਂ ਲਾਇਆ ਕਿ ਮੈਂ ਇਹਦਾ ਵਿਰੋਧ ਕਰ ਰਿਹਾ। ਸਿਰਫ ਇੰਨਾ ਸਵਾਲ ਉਠਾ ਰਿਹਾ ਕਿ ਦੇਸ਼ ਹਾਲੇ ਤਿਆਰ ਨਹੀਂ ਆ। ਦੇਸ਼ ਜੇ ਤਿਆਰ ਨਹੀਂ ਆ ਤਾਂ ਇਹਦੀ ਜ਼ਿੰਮੇਵਾਰੀ ਇਹੀ ਹੈ ਕਿ ਜਿੰਨੀ ਦੇਰ ਤੱਕ ਦੇਸ਼ ਦਾ ਤੁਸੀਂ ਆਰਥਿਕ ਵਿਕਾਸ ਇਸ ਲੈਵਲ ਤੇ ਨਹੀਂ ਲੈ ਜਾਂਦੇ ਕਿ ਪਿੰਡਾਂ ਦੇ ਪੱਧਰ ਉੱਤੇ ਵੀ ATM ਪਹੁੰਚ ਜਾਣ, ਪਿੰਡਾਂ ਦੇ ਪੱਧਰ ਉੱਤੇ ਵੀ ਪਲਾਸਟਿਕ ਮਨੀ ਪਹੁੰਚ ਜਾਵੇ, ਉਦੋਂ ਤੱਕ ਦੇਸ਼ ਤਿਆਰ ਨਹੀਂ ਹੋਣਾ। ਔਰ ਜੇ ਅਗਲੀ ਗੱਲ ਕਹਿਣੀ ਹੋਵੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਾਲੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਵਿਕਸਿਤ ਦੇਸ਼ ਵੀ 100% ਪਲਾਸਟਿਕ ਮਨੀ ਉੱਤੇ ਨਹੀਂ ਪਹੁੰਚ ਸਕੇ। ਤੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਇਹ ਵਿਕਸਿਤ ਮੁਲਕ ਵੀ 100% ਪਲਾਸਟਿਕ ਮਨੀ ਤੇ ਨਹੀਂ ਪਹੁੰਚੇ, ਭਾਰਤ ਦੇ ਵਿੱਚ ਜੇ ਕੋਈ ਸੁਪਨਾ ਲੈਂਦਾ ਤੇ ਮੈਂ ਕਹਿੰਦਾ ਇਹ ਸੁਪਨਸਾਜ਼ੀ ਤੋਂ ਵੱਧ ਕੁਝ ਨਹੀਂ ਹੈ। ਇਹਦੇ ਲਈ ਮੈਂ ਨੈਗੇਟਿਵ ਸ਼ਬਦ ਨਾ ਮੇਰੇ ਕੋਲ ਟਾਈਮ ਨਹੀਂ ਹੈ। ਅਜੀਤ ਜੀ ਤੇ ਦਿਲਰਾਜ ਜੀ ਕਾਫੀ ਦੇਰ ਦੇ ਮੇਰੇ ਕੋਲ ਟਾਈਮ ਮੰਗ ਰਹੇ ਨੇ। ਜੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਹੁਣ ਡਿਜੀਟਲ ਹੋਣ ਦੀ ਗੱਲ ਜ਼ਰੂਰ ਕਰਦੇ ਦਿਖ ਜਾਂਦੇ ਨੇ। ਕੈਸ਼ਲੈਸ ਇਕਨੋਮੀ ਤੇ ਸ਼ਾਇਦ ਇੰਡੀਆ 'ਚ ਅਜੇ ਪੋਸੀਬਲ ਨਹੀਂ ਆ, ਪਰ ਜੇ ਬਿਜ਼ਨਸ ਵਰਕ ਡਿਜੀਟਲ ਹੋ ਜਾਂਦਾ ਵਾ, ਜਾਂ ਜੋ ਪ੍ਰਧਾਨ ਮੰਤਰੀ ਬਾਰ-ਬਾਰ ਅਨਾਉਂਸਮੈਂਟ ਕਰਦੇ ਨੇ, ਬੈਂਕ ਤੁਹਾਡੇ ਵਾਲਟ 'ਚ ਆ ਜਾਂ ਸੌਰੀ ਬੈਂਕ ਤੁਹਾਡੇ ਸੈੱਲ ਫੋਨ 'ਚ ਆ, ਪਰ ਮੇਰੇ ਖਿਆਲ ਅਜੇ ਇੰਡੀਆ ਜੇ ਜੋ ਸਬਦੀਸ਼ ਜੀ ਨੇ ਕਿਹਾ ਕਿ ਉਹਦੇ ਵਾਸਤੇ ਤਿਆਰ ਨਹੀਂ ਆ, ਸ਼ਾਇਦ ਇਹ ਗੱਲ ਨਾਲ ਮੇਰੇ ਸਾਰੇ ਪੈਨਲਿਸਟ ਐਗਰੀ ਹੋਣਗੇ। ਤੇ ਸ਼ਾਇਦ ਰਾਤੋਂ ਰਾਤ ਅਨਾਉਂਸਮੈਂਟ ਕਰਨਾ 2 ਮਹੀਨੇ ਦੇ ਟਾਈਮ ਵਿੱਚ, ਇੱਕ ਪਾਸੇ ਜੇ ਅਸੀਂ ਕਰੰਸੀ ਨਾਲ ਸਟਰਗਲ ਕਰ ਰਹੀ ਹੋਈਏ, ਦੂਜੇ ਪਾਸੇ ਉਸ ਟੈਕਨੋਲੋਜੀ ਨੂੰ 2 ਮਹੀਨੇ 'ਚ ਲਿਆਉਣਾ ਸ਼ਾਇਦ ਇੰਪੋਸੀਬਲ ਹੋ ਜਾਂਦਾ। ਪਰ ਸਵਾਲ ਮੇਰਾ ਇਹ ਆ ਕਿ PM ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਸ਼ਲੈਸ ਇਕਨੋਮੀ ਦੀ ਗੱਲ ਕਰਦੇ ਬਾਰ-ਬਾਰ ਦੇਖ ਰਹੇ ਆ। ATM ਮਸ਼ੀਨਾਂ ਕੈਲੀਬ੍ਰੇਟ ਤੇ ਕਾਫੀ ਹੋ ਚੁੱਕੀਆਂ ਨੇ। ਸ਼ਾਇਦ ਮੇਰੇ ਕੋਲ ਨੰਬਰ ਨਹੀਂ ਆ, ਪਰ ਮੈਂ ਵੈਰੀ ਸ਼ੋਰ ਆ 1,10,000 ਜਾਂ 20,000 ਤੋਂ ਜ਼ਿਆਦਾ ATM ਮਸ਼ੀਨਾਂ ਕੈਲੀਬ੍ਰੇਟ ਹੋ ਚੁੱਕੀਆਂ ਨੇ, ਪਰ ਉਹ ਅਜੇ ਵੀ ਖਾਲੀ ਆ। ਹੁਣ ਜਿਹੜੀ ਪ੍ਰੋਬਲਮ ਦੇਸ਼ ਦੇ ਨਾਗਰਿਕਾਂ ਨੂੰ ਆ ਰਹੀ ਹੈ, ਜੋ ਲੋਕਾਂ ਨੂੰ ਪੈਸੇ ਨਾਲ ਆ ਰਹੀ ਆ, ਸ਼ਾਇਦ ਉਹਦਾ ਸੋਲੂਸ਼ਨ ਕੈਸ਼ਲੈਸ ਇਕਨੋਮੀ ਜਾਂ ਡਿਜੀਟਲ ਪੇਮੈਂਟ ਦੇ ਤਰੀਕੇ 'ਚ ਨਹੀਂ ਆ। ਤੇ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਭਾਵੇਂ ਆਪਣੀ ਗੱਲ ਨੂੰ ਕੈਸ਼ਲੈਸ ਇਕਨੋਮੀ ਵੱਲ ਲੈ ਕੇ ਜਾਣ ਜਾਂ ਡਿਜੀਟਲ ਵੱਲ ਨਾ ਲੈ ਕੇ ਜਾਣ, ਪਰ ਸ਼ਾਇਦ ਜੋ ਹੁਣ ਪ੍ਰੋਬਲਮ ਆ ਰਹੀ ਆ ਉਸ ਚੀਜ਼ ਨੂੰ ਐਡਰੈਸ ਨਹੀਂ ਕਰ ਰਹੇ। ਅਜੀਤ ਜੀ, ਦਿਲਰਾਜ ਜੀ। ਦੇਖੋ ਹਰਪ੍ਰੀਤ ਜੀ, ਅਸਲ ਪ੍ਰੋਬਲਮ ਇੱਥੇ ਪਈ ਹੈ। ਹੁਣੀ ਇੱਕ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਅਜੀਤ ਜੀ, ਮੈਂ ਤੁਹਾਨੂੰ ਚਾਹੂੰਗਾ ਤੁਸੀਂ ਮੇਰੇ ਸਵਾਲ ਤੇ ਜਵਾਬ ਦਿਓ ਪਲੀਜ਼। ਮੈਂ ਮੇਰਾ ਸਵਾਲ ਹੈ, ਪਲੀਜ਼ ਉਹਦਾ ਜਵਾਬ ਦਿਓ।
ਤੁਸੀਂ ਚਾਹੁੰਦੇ ਹੋ ਸਿਰਫ ਇਸ ਗੱਲ ਤੇ ਕਿ ਉਹ ਤਾਂ ਸਪਸ਼ਟ ਗੱਲ ਹੈ ਕਿ ਅਜੇ ਕੈਲੀਬ੍ਰੇਟਡ ਹੋਣ ਤੋਂ ਬਾਅਦ ਪੈਸਾ ਤਾਂ ਨਹੀਂ ਹੈਗਾ ਕਿਉਂਕਿ ਉਨਾ ਪੈਸਾ ਛੱਪ ਕੇ ਔਰ ਜਿਹੜਾ ਹੈਗਾ ਉਹ ਨਹੀਂ ਆ ਰਿਹਾ ਬੈਂਕਾਂ ਦੇ ਵਿੱਚ ਔਰ ਬੈਂਕ ਜਿਹੜੇ ਹੈਗੇ ਆਪਣੇ ਜਿਹੜੇ ਉਹਨਾਂ ਦੇ ਏਟੀਐਮਸ ਨੇ ਉਹਨਾਂ ਨੂੰ ਫੀਡ ਨਹੀਂ ਕਰ ਪਾ ਰਹੇ ਨਵੀਂ ਕੈਸ਼ ਦੇ ਨਾਲ। ਪਰ ਦੂਸਰੇ ਪਾਸੇ ਇਹ ਵੀ ਤਾਂ ਇਸ ਗੱਲ ਦੇ ਵਿੱਚੋਂ ਸਾਹਮਣੇ ਆਇਆ ਹੈ ਕਿ ਕਿੰਨਾ ਭ੍ਰਿਸ਼ਟ ਪ੍ਰਸ਼ਾਸਕੀ ਤੰਤਰ ਹੋ ਗਿਆ ਬੈਂਕਾਂ ਦਾ ਜਿਹਦੇ ਵਿੱਚ 500 ਬੈਂਕਾਂ ਦੇ ਉੱਤੇ ਜਿਹੜਾ ਹੈਗਾ ਸਟਿੰਗ ਵੀ ਹੋਇਆ ਹੈ ਔਰ ਕਿੰਨਾ ਪੈਸਾ ਬੈਂਕਾਂ ਦੇ ਵਿੱਚ ਆਇਆ ਹੋਇਆ। ਬੈਂਕਾਂ ਦੇ ਜਿਹੜਾ ਸਟਾਫ ਹੈ ਉਹਦੇ ਰਾਹੀਂ ਚਾਹੇ ਮੈਨੇਜਰੀਅਲ ਸਟਾਫ ਹੈ ਚਾਹੇ ਛੋਟਾ ਸਟਾਫ ਹੈ ਇਹ ਗੱਲਾਂ ਦਾ ਸਾਹਮਣੇ ਆਉਣਗੀਆਂ। ਇੱਕ ਕਿੰਨਾ ਭ੍ਰਿਸ਼ਟ ਤੰਤਰ ਚੱਲ ਰਿਹਾ ਸੀ ਇਹਦੇ ਵਿੱਚ ਜਿਹੜਾ ਇਸ ਗੱਲ ਦੇ ਨਾਲ ਨੰਗਾ ਹੋਇਆ ਹੈ ਔਰ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਬੰਦੇ ਪ੍ਰਬੰਧਕੀ ਢਾਂਚੇ ਦੇ ਵਿੱਚ ਸਿਰਫ ਗਵਰਨਮੈਂਟ ਦੇ ਟੌਪ ਦੇ ਬੈਠੇ ਲੀਡਰ ਸਾਰਾ ਕੁਝ ਨਹੀਂ ਕਰ ਸਕਦੇ ਹੁੰਦੇ। ਜੇ ਉਹ ਥੱਲੇ ਭ੍ਰਿਸ਼ਟ ਨੇ ਉਸ ਤੋਂ ਬਿਨਾ ਕੋਈ ਵੀ ਸਕੀਮ ਹੋਵੇ ਕੋਈ ਵੀ ਪ੍ਰਬੰਧਕੀ ਕੰਮ ਹੋਵੇ ਉਹ ਪੂਰਾ ਨਹੀਂ ਚੜ ਸਕਦਾ। ਉਹਨਾਂ ਨੂੰ ਵੀ ਨਾਲ ਦੀ ਨਾਲ ਨੰਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੂਸਰੀ ਗੱਲ ਜਿਹੜੀ ਇਸ ਗੱਲ ਤੇ ਕਹੀ ਜਾਂਦੀ ਹੈ ਕਿ ਉਹ ਸੁਪਨੇ ਦੇਖ ਰਹੇ ਨੇ, ਸੁਪਨੇ ਦੇਖਣੇ ਪੈਂਦੇ ਨੇ, ਸੁਪਨਿਆਂ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ। ਇਹ ਵੀ ਤਾਂ ਵੇਖਣ ਵਾਲੀ ਗੱਲ ਹੈ ਕਿ ਬੰਦਾ ਆਪਣੀ ਪੋਲੀਟੀਕਲ ਕੈਰੀਅਰ ਨੂੰ ਦਾਅ ਤੇ ਲਾ ਕੇ ਚੋਣਾਂ ਸਿਰ ਤੇ ਨੇ ਫਿਰ ਵੀ ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਪੱਖ ਨੂੰ ਦੇਖਿਆ ਨਹੀਂ ਜਾਂਦਾ ਕਿਉਂਕਿ ਮਾਈਂਡ ਸੈਟ ਇਹ ਬਣ ਗਿਆ ਹੈ ਕਿ ਜੇ ਤਾਂ ਮਨੀ ਜਿਹੜਾ ਬਾਹਰ ਫੜ ਹੋ ਰਿਹਾ ਹੈ ਉਹ ਬਲੈਕ ਮਨੀ ਨਿਕਲ ਆਇਆ ਤਾਂ ਸਰਕਾਰ ਦੀ ਬਹੁਤ ਵੱਡੀ ਜਿਹੜੀ ਹੈਗੀ ਉਹ ਫੇਲਿਅਰ ਹੈ। ਪਰ ਜੇ ਉਹ ਨਹੀਂ ਵੀ ਹੋਊਗਾ ਤਾਂ ਸਰਕਾਰ ਦੀ ਪ੍ਰਾਪਤੀ ਕੋਈ ਨਹੀਂ। ਮਤਲਬ ਸਰਕਾਰ ਦੀ ਪ੍ਰਾਪਤੀ ਕਿਸੇ ਪਾਸੇ ਨੂੰ ਨਹੀਂ, ਫੇਲਿਅਰ ਹੈਗੀ ਆ ਜਾਂ ਕੋਈ ਪ੍ਰਾਪਤੀ ਨਹੀਂ ਹੈਗੀ ਜੇ ਉਹ ਤੋਂ ਆਪੋਜ਼ਿਟ ਹੁੰਦਾ ਹੈ। ਥੈਂਕ ਯੂ ਜੀ। ਸਮਾਂ ਸਾਡੇ ਕੋਲ ਘੱਟ ਬਚਿਆ ਜੀ ਸਫਾਈ ਨਹੀਂ ਕਰਾ ਸਕਦਾ। ਸਮਾਂ ਸਾਡੇ ਕੋਲ ਘੱਟ ਬਚਿਆ ਵਾ। ਇੱਕ ਕਾਲਰ ਮੇਰੇ ਨਾਲ ਜੁੜ ਚੁੱਕੇ ਨੇ 9295। ਸਤਿ ਸ਼੍ਰੀ ਅਕਾਲ ਜੀ। ਚਲੋ ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ, ਮੈਂ ਸੁਖਬੀਰ ਜੀ ਦਾ ਗੱਲ ਦਾ ਜਵਾਬ ਦੇਣਾ ਕਿ ਇੰਡੀਆ ਦੀ GDP ਤੇ ਟੈਕਸ ਰੇਸ਼ੋ ਦੁਨੀਆ ਦੀ ਸਭ ਤੋਂ ਘੱਟ ਹੈ ਜੀ। ਇਹ ਲੋਕੀ ਇੱਥੇ ਟੈਕਸ ਦੇ ਕੇ ਇੰਡੀਆ ਚ ਰਾਜੀ ਨਹੀਂ ਤੇ ਫੈਸਿਲਿਟੀਆਂ ਸਾਰੀਆਂ ਚਾਹੁੰਦੇ ਆ। ਜਦੋਂ GDP ਦੇ ਟੈਕਸ ਰੇਸ਼ੋ ਇੰਨੀ ਘੱਟ ਹੈਗੀ ਤੇ ਇੰਡੀਆ ਦੀ GDP ਗਰੋਥ ਦੇ ਇੱਕ ਹਿੰਡਰੈਂਸ ਆ, ਇੱਕ ਬਲੌਕੇਜ ਆ। ਉਸ ਤੋਂ ਜ਼ਿਆਦਾ GDP ਗਰੋ ਨਹੀਂ ਕਰ ਸਕਦੀ ਜੇ ਟੈਕਸ ਕਲੈਕਸ਼ਨ ਜ਼ਿਆਦਾ ਨਹੀਂ ਹੋਊਗੀ। ਪ੍ਰਧਾਨ ਮੰਤਰੀ ਮੋਦੀ ਦਾ ਮਤਲਬ ਇਹ ਕਹਿਣ ਦਾ ਸੀਗਾ ਕਿ ਜੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਵਾਂ ਜੀ, ਮੰਡੀ ਗੋਬਿੰਦਗੜ੍ਹ ਦੇ ਵਿੱਚ ਸਟੀਲ ਬਣਦਾ, ਉਹ ਕਬਾੜੀਆਂ ਤੋਂ ਕੈਸ਼ ਸਟੀਲ ਲੈਂਦੇ ਆ, ਕਬਾੜੀਆਂ ਤੋਂ ਪੂਰਾ ਕੈਸ਼ ਲੈਂਦੇ ਆ, ਸਟੀਲ ਇੰਡਸਟਰੀ ਵਾਲਿਆਂ ਨੂੰ ਕੈਸ਼ ਦੇ ਦਿੰਦੇ ਆ, ਉਹ ਸਟੀਲ ਇੰਡਸਟਰੀ ਵਾਲੇ ਕੈਸ਼ ਹੀ ਅੱਗੇ ਸਮਾਨ ਵੇਚ ਦਿੰਦੇ ਆ। ਇੱਥੇ ਗੌਰਮੈਂਟ ਕਿਤੇ ਵੀ ਇਨਵੋਲਵ ਨਹੀਂ ਹੁੰਦੀ, ਨਾ ਗੌਰਮੈਂਟ ਨੂੰ ਕੋਈ ਟੈਕਸ ਜਾਂਦਾ, ਨਾ ਗੌਰਮੈਂਟ ਕੋਈ ਟ੍ਰਾਂਜੈਕਸ਼ਨ ਆਉਂਦੀ। ਕਰੋੜਾਂ ਦੀ ਬਿਜ਼ਨਸ ਹੋ ਜਾਂਦਾ ਤੇ ਗੌਰਮੈਂਟ ਕੋਲ ਕਿਸੇ ਇੱਕ ਪੈਸੇ ਦਾ ਵੀ ਉਹਦੇ ਕੋਲ ਰਿਕਾਰਡ ਨਹੀਂ ਹੁੰਦਾ। ਤੇ ਇਸ ਚੱਕਰ ਦੇ ਵਿੱਚ ਇਸ ਚੀਜ਼ ਦੇ ਵਿੱਚ ਗੌਰਮੈਂਟ ਨੂੰ ਕਿੰਨਾ ਰੈਵਨਿਊ ਲਾਸ ਹੁੰਦਾ ਜਦਕਿ ਇੰਡਸਟਰੀ ਨੂੰ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਜਾਂ ਇਸ ਤਰ੍ਹਾਂ ਦੇ ਸਾਧਨ ਪ੍ਰੋਵਾਈਡ ਕੀਤੇ ਜਾ ਸਕਦੇ। ਇਹ ਤੁਸੀਂ ਕੈਨੇਡਾ ਅਮਰੀਕਾ ਦੇਖ ਲਓ ਕਿ ਇਹ ਸਾਰੀਆਂ ਚੀਜ਼ਾਂ ਆਨਲਾਈਨ ਹੁੰਦੀਆਂ। ਹੁਣ ਇਹ ਚੀਜ਼ ਦੀ ਸ਼ੁਰੂਆਤ ਇਹ ਪਲਾਸਟਿਕ ਮਨੀ ਜਾਂ ਆਨਲਾਈਨ ਟ੍ਰਾਂਜੈਕਸ਼ਨ ਤੋਂ ਹੀ ਹੋਈ ਸੀ ਜਿਹਦੇ ਲਈ ਇੱਕ ਕੋੜਾ ਕਦਮ ਤਾਂ ਚੱਕਣਾ ਹੀ ਪੈਣਾ ਸੀ। ਏਦਾਂ ਦੇ ਕਈ ਕਦਮ ਆ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦਿੰਦਾ। ਇੱਕ ਬੰਦੇ ਸਰ ਮੇਰੇ ਕੋਲ ਟਾਈਮ ਅੱਜ ਮੈਂ ਮਾਫੀ ਚਾਹੂੰਗਾ, ਮੇਰੇ ਕੋਲ ਟਾਈਮ ਬਹੁਤ ਘੱਟ ਹੈ ਸਰ। ਟੈਕਸ ਰਿਟਰਨ ਉਹਦੀ 0 ਸੀਗਾ, ਉਹਦਾ ਪੈਨ ਨੰਬਰ ਵੀ ਨਹੀਂ ਸੀਗਾ ਤੇ ਉਹ ਕਰੋੜਾਂ ਜਾਂ ਕਾਰੋਬਾਰ ਕਰ ਰਿਹਾ ਸੀ। ਏਦਾਂ ਦੇ ਕਾਰੋਬਾਰੀ ਕਿੱਦਾਂ ਆਉਣਗੇ ਗੌਰਮੈਂਟ ਦੀ ਸਿਕਿਉਰਿਟੀ ਦੇ ਵਿੱਚ, ਗੌਰਮੈਂਟ ਦੇ ਟੈਕਸ ਰਿਕਾਰਡ ਦੇ ਵਿੱਚ ਕਿੱਦਾਂ ਆਉਣਗੇ? ਉਹਦਾ ਕੋਈ ਨਾ ਕੋਈ ਹੱਲ ਤਾਂ ਸਰ ਜੀ ਲੱਭਣਾ ਹੀ ਸੀਗਾ। ਇਹਨੂੰ ਤੁਸੀਂ ਜਿੰਨਾ ਮਰਜ਼ੀ ਭੰਡੀ ਜਾਓ ਮੋਦੀ ਨੂੰ, ਜਿਹੜਾ ਮੋਦੀ ਨੂੰ ਇਸ ਵੇਲੇ ਭੰਡੂਗਾ ਨਾ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੂਗਾ। ਸੋਚ ਕੇ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਸੀ ਇੰਡੀਆ ਦੇ ਵਿੱਚ, ਕੈਸ਼ ਟ੍ਰਾਂਜੈਕਸ਼ਨ, ਕੈਸ਼ ਮਨੀ, ਗੌਰਮੈਂਟ ਦੀ ਕੋਈ ਇਨਵੋਲਵਮੈਂਟ ਨਹੀਂ, ਇਹਨੂੰ ਰੋਕਣਾ ਕਿਤੇ ਨਾ ਕਿਤੇ ਦਾ ਤਾਂ ਕੰਮ ਸੀਗਾ ਹੀ। ਉਹ ਹਾਰ ਜਾਊਗਾ ਮੋਦੀ, ਕੋਈ ਗੱਲ ਨਹੀਂ, ਉਹਨੂੰ ਪਤਾ ਉਹ ਹਾਰ ਸਕਦਾ ਉਹਦੀਆਂ ਇਲੈਕਸ਼ਨਾਂ। ਪਰ ਏਦਾਂ ਦੇ ਬੰਦੇ ਜਿਹੜੇ ਬਗੈਰ ਸੋਚੇ ਸਮਝੇ ਕਮੈਂਟ ਦਿੰਦੇ ਆ, ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਆ, ਉਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਮਾਰ ਕੇ ਜਾਊਗਾ ਉਹ ਜੇ ਹਾਰ ਵੀ ਜਾਊ। ਥੈਂਕ ਯੂ ਸਰ, ਥੈਂਕ ਯੂ। ਦਿਲਰਾਜ ਸਿੰਘ ਜੀ, ਮੈਂ ਪੰਜਾਬ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਿਹਾ ਸੀ। ਅੱਜ ਮਮਤਾ ਬੈਨਰਜੀ ਦਾ ਇੱਕ ਬਿਆਨ ਆਇਆ ਸੀ, ਜੇ ਮਮਤਾ ਬੈਨਰਜੀ ਦੀ ਲਿਸਟ ਤੇ ਮੈਂ ਜਾਵਾਂ ਤਾਂ ਆਈ ਥਿੰਕ 95 ਲੋਕਾਂ ਦੀ ਉਹਨਾਂ ਦੇ ਹਿਸਾਬ ਨਾਲ ਮੌਤ ਹੋ ਚੁੱਕੀ ਹੈ। ਪੰਜਾਬ ਦੀ ਰਾਜਨੀਤੀ ਨੂੰ ਮੈਂ ਵਾਪਸ ਜਾਣਾ ਚਾਹੂੰਗਾ। ਡੀਮੋਨੀਟਾਈਜੇਸ਼ਨ ਜੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਗਵਰਨਮੈਂਟ ਕੰਟਰੋਲ ਕਰਨ ਤੇ, ਜੋ ਨੋਟਾਂ ਦੀ ਸਪਲਾਈ ਕੰਟਰੋਲ ਕਰਨ ਤੇ ਕਾਮਯਾਬ ਨਹੀਂ ਹੁੰਦੇ ਆਉਣ ਵਾਲੇ ਕੁਝ ਦਿਨਾਂ 'ਚ, ਤੇ
ਕਿਹੜੀ ਪਾਰਟੀ ਇਸ ਚੀਜ਼ ਦਾ ਜ਼ਿਆਦਾ ਫਾਇਦਾ ਲੈ ਸਕਦੀ ਆ? ਖਾਸ ਕਰਕੇ ਮੈਂ ਤੁਹਾਨੂੰ ਇਹ ਕੁਐਸਚਨ ਦੋ ਪਾਰਟੀਆਂ ਨੂੰ ਧਿਆਨ 'ਚ ਰੱਖ ਕੇ ਪੁੱਛ ਰਿਹਾ, ਆਮ ਆਦਮੀ ਪਾਰਟੀ ਅਤੇ ਕਾਂਗਰਸ। ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਅਰਵਿੰਦ ਕੇਜਰੀਵਾਲ ਸਖਤ ਵਿਰੋਧ ਕਰ ਰਹੇ ਨੇ ਤੇ ਇੱਕ ਵੱਡਾ ਘੁਟਾਲਾ ਦੱਸ ਰਹੇ ਨੇ। ਕਾਂਗਰਸ ਵੀ ਵਿਰੋਧ ਕਰ ਰਹੀ ਆ, ਪਰ ਕਿਤੇ ਨਾ ਕਿਤੇ ਡੀਮੋਨੇਟਾਈਜੇਸ਼ਨ ਦਾ ਵਿਰੋਧ ਨਹੀਂ ਕਰ ਰਹੀ, ਲੋਕਾਂ ਨੂੰ ਆ ਰਹੀਆਂ ਤਕਲੀਫਾਂ ਜੋ ਪ੍ਰੋਸੀਜਰ ਅਪਣਾਇਆ ਗਿਆ ਵਾ ਉਹਦਾ ਵਿਰੋਧ ਕਰ ਰਹੀ ਆ। ਦੋਵਾਂ ਦੇ ਚੱਲਦੇ ਹੋਏ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਪੰਜਾਬ ਦੀ ਇਲੈਕਸ਼ਨ ਵਿੱਚ ਨੋਟਬੰਦੀ ਤੋਂ ਆ ਰਹੀਆਂ ਦਿੱਕਤਾਂ ਦਾ ਲੋਕਾਂ ਨੂੰ ਜਾਂ ਦਿੱਕਤਾਂ ਤੋਂ ਆ ਰਹੀਆਂ ਲੋਕਾਂ ਨੂੰ, ਖਫਾ ਹੋ ਲੋਕਾਂ ਨੂੰ ਆਪਣੇ ਵੱਲ ਖਿੱਚਣ 'ਚ ਕਾਮਯਾਬ ਹੋ ਪਾਊਗੀ? ਹਰਪ੍ਰੀਤ ਜੀ, ਪਰਸਨਲ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਰਟੀ ਲੋਕਾਂ ਨੂੰ ਖਿੱਚ ਪਾਏਗੀ ਮੋਨੇਟਾਈਜੇਸ਼ਨ ਨੂੰ ਲੈ ਕੇ। ਮੈਂ 1% ਵੀ ਐਗਰੀ ਨਹੀਂ। ਨੋ ਡਾਊਟ ਕਿ ਬੀਜੇਪੀ ਤੋਂ ਜ਼ਰੂਰ ਲੋਕ ਟੁੱਟਣਗੇ, ਪਰ ਉਹ ਸਿਰਫ ਵਿਰੋਧ ਕਰਕੇ ਉਹਦੇ ਇਹਨਾਂ ਪਾਰਟੀਆਂ ਕੋਲ ਜਾਣਗੇ। ਮੈਨੂੰ ਨਹੀਂ ਲੱਗਦਾ ਕਿਸੇ ਨਾ ਕਿਸੇ ਪਾਰਟੀ ਨੂੰ ਤਾਂ ਵੋਟ ਪਾਣੀ ਹੈ, ਉਹ ਜੋ ਹੋਰ ਕੋਈ ਮੁੱਦੇ ਹੋਣਗੇ, ਹੋਰ ਕੋਈ ਸਥਿਤੀ ਹੋਏਗੀ ਉਹਨੂੰ ਦੇਖ ਕੇ ਪਾਣਗੇ। ਪਰ ਸਿਰਫ ਵਿਰੋਧ ਦੇ ਕਾਰਨ ਜੇ ਤੁਸੀਂ ਪੁੱਛਦੇ ਪਏ ਹੋ, ਮੈਂ 1% ਵੀ ਐਗਰੀ ਨਹੀਂ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਲੋਕੀ ਦੁਖੀ ਹੈ। ਲੋਕਾਂ ਨੂੰ ਇਹ ਵੀ ਪਤਾ ਹੈ ਕਿ ਸਾਨੂੰ ਪੈਸੇ ਨਹੀਂ ਮਿਲਦੇ, ਖਾਣ ਦੀ ਰੋਟੀ ਨਹੀਂ ਮਿਲ ਰਹੀ, ਇੰਪਲੀਮੈਂਟੇਸ਼ਨ ਵਿੱਚ ਕਮੀ ਹੈਗੀ ਆ। ਪਰ ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਰਿਕਸ਼ੇ ਵਾਲਾ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਨੌਕਰੀ ਪੇਸ਼ਾ ਵਾ, ਜਾਂ ਕੋਈ ਵਪਾਰੀ ਹੈ, ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠ ਗਈ ਹੋਈ ਹੈ ਕਿ ਜਿਹੜਾ ਫੈਸਲਾ ਮੋਦੀ ਸਾਹਿਬ ਨੇ ਕੀਤਾ ਉਹ ਫੈਸਲਾ ਦੇਸ਼ ਦੇ ਹਿੱਤ ਦਾ ਫੈਸਲਾ ਵਾ। ਉਹ ਫੈਸਲੇ ਨਾਲ ਕਿਤੇ ਬਲੈਕ ਮਨੀ ਖਤਮ ਹੋ ਜਾਣੀ ਹੈ। ਜਿਹੜੀ ਮੈਜੋਰਟੀ ਲੋਕ ਹੈਗੇ ਆ 80-90%, ਉਹ ਕਿਤੇ ਨਾ ਕਿਤੇ ਇਸ ਫੈਸਲੇ ਦੇ ਪੱਖ ਦੇ ਵਿੱਚ ਹੈ। ਬਿਲਕੁਲ ਦਿੱਕਤਾਂ ਹੈਗੀਆਂ, ਉਹ ਦਿੱਕਤਾਂ ਦੇ ਕਾਰਨ ਬੀਜੇਪੀ ਦੀ ਖਿਲਾਫੀਅਤ ਵੀ ਹੋਏਗੀ, ਪਰ ਉਹ ਫੈਸਲੇ ਦੇ ਲੋਕੀ ਸਾਰੇ ਤਕਰੀਬਨ ਮੈਜੋਰਟੀ ਆਫ ਇੰਡੀਅਨਸ, ਚਾਹੇ ਉਹ ਨਾਰਥ ਇੰਡੀਆ ਹੋਵੇ, ਚਾਹੇ ਸਾਊਥ ਇੰਡੀਆ ਹੋਵੇ, ਚਾਹੇ ਈਸਟ ਹੋਵੇ, ਚਾਹੇ ਵੈਸਟ ਹੋਵੇ, ਮੈਜੋਰਟੀ ਆਫ ਇੰਡੀਅਨਸ ਉਸ ਫੈਸਲੇ ਦਾ ਸਵਾਗਤ ਹੀ ਕਰਦੇ ਪਏ ਆ। ਤੇ ਮੈਨੂੰ ਨਹੀਂ ਪਰਸਨਲ ਤੌਰ ਤੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਇਸ ਫੈਸਲੇ ਦੀ ਵਿਰੋਧਤਾ ਕਰਕੇ ਫਾਇਦਾ ਹੋ ਸਕਦਾ। ਥੈਂਕ ਯੂ ਦਿਲਰਾਜ ਜੀ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਅੱਗੇ ਕਰਦੇ ਰਹੀਏ। ਇੱਕ ਛੋਟੀ ਜੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਜ਼ੀਰਾ ਅਤੇ ਧਰਮਕੋਟ ਜੋ ਦੋ ਰਾਈਡਿੰਗਸ ਦੇ ਦੋ ਹਲਕਿਆਂ ਦੇ ਓਪੀਨੀਅਨ ਪੋਲ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਸੈਟਰਡੇ ਜਾਂ ਸੰਡੇ, ਉੱਤੇ ਗੱਲਬਾਤ ਡਿਟੇਲ ਵਿੱਚ ਕਰਾਂਗੇ। ਇੱਥੇ ਅਸੀਂ ਲੈਂਦੇ ਹਾਂ ਛੋਟੀ ਜੀ ਬ੍ਰੇਕ, ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ।